ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਨਵਾਂ ਚੈਪਟਰ ਸ਼ੁਰੂ ਕਰਨਾ ਹੈ। ਇਹ ਚੈਪਟਰ 6ਵਾਂ ਆਪਣੀ ਬੁੱਕ ਦੇ ਵਿੱਚ। ਚੈਪਟਰ ਦਾ ਨਾਮ ਹੈ ਕਪਲ। ਪਹਿਲਾਂ ਆਪਾਂ ਨੇ ਇਸ ਤੋਂ ਪਹਿਲਾਂ ਮੂਵਮੈਂਟ ਫਾਈਂਡ ਕੀਤਾ ਸੀ ਕਿ ਮੂਵਮੈਂਟ ਕਿਵੇਂ ਕੱਢਣਾ ਹੁੰਦਾ ਹੈਗਾ। ਹੁਣ ਇਹ ਆਪਾਂ ਕਪਲ ਟੌਪਿਕ ਸ਼ੁਰੂ ਕਰਨਾ ਹੈਗਾ। ਇਹਦੀ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ, ਫਿਰ ਸਮਝਣਾ ਆਪਾਂ ਇਹ 'ਚ ਕੰਸੈਪਟ ਕਿਵੇਂ ਆ। ਕਪਲ ਕਿਹਨੂੰ ਕਹਿੰਦੇ ਹੈਗੇ ਆ? Two equal and unlike parallel forces having different lines of action are said to form a couple। मतलब की बनया दो इक्वल ते अनलाइक पैरेलल फोर्सेस ने पहला पढ़िया है आपने। अनलाइक पैरेलल फोर्सेस की होंगे ने, ये डायरेक्शन किते होर है जी, ये डायरेक्शन किते होर। दोने इक्वल ने पी पी, दोने इक्वल ने पी पी। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ ਇਹਦੇ ਵਿੱਚ, ਡਿਫਰੈਂਟ ਲਾਈਨਸ ਆਫ ਐਕਸ਼ਨ। ਲਾਈਨ ਆਫ ਐਕਸ਼ਨ ਕੀ ਹੁੰਦਾ ਜਿਸ ਲਾਈਨ ਦੇ ਅਲੋਂਗ ਫੋਰਸ ਲੱਗ ਰਹੀ ਹੈ। ਇਸ ਲਾਈਨ ਆਫ ਐਕਸ਼ਨ ਕੀ ਹੈਗਾ? ਆਹ ਵਾਲਾ। ਇਸ ਲਾਈਨ ਆਫ ਐਕਸ਼ਨ ਕੀ ਹੈਗਾ? ਆਹ ਵਾਲਾ। ਇਹ ਲਾਈਨ ਆਫ ਐਕਸ਼ਨ ਆ, ਇਹ ਲਾਈਨ ਦੇ ਅਲੋਂਗ ਫੋਰਸ ਲੱਗ ਰਹੀ ਹੈ, ਇਹ ਲਾਈਨ ਦੇ ਅਲੋਂਗ ਫੋਰਸ ਲੱਗ ਰਹੀ ਹੈ। ਇਹ ਦੋਨਾਂ ਦੀਆਂ ਜੋ ਲਾਈਨ ਆਫ ਐਕਸ਼ਨ ਆ ਸੇਮ ਨਾ ਹੋਵੇ। ਸੇਮ ਦਾ ਮਤਲਬ ਕੀ ਬਣ ਗਿਆ? ਇੱਕ ਆ ਪੀ ਫੋਰਸ ਆ, ਇਹਦੇ ਆਪੋਜ਼ਿਟ ਆ ਪੀ ਫੋਰਸ ਲੱਗ ਰਹੀ ਹੈ। ਇਹ ਦੋਨੇ ਇੱਕੋ ਲਾਈਨ ਦੇ ਅਲੋਂਗ ਨੇ। ਆਪਾਂ ਇਹਦੀ ਗੱਲ ਨਹੀਂ ਕਰਦੇ ਹੈਗੇ। ਮਤਲਬ ਇਹ ਕਿਤੇ ਇਹਦੀ ਲਾਈਨ ਕੋਈ ਹੋਰ ਆ, ਦੇਖੋ ਆ ਲਾਈਨ, ਇਹਦੀ ਲਾਈਨ ਕੋਈ ਹੋਰ ਆ ਤੇ ਇਹਦੀ ਲਾਈਨ ਕੋਈ ਹੋਰ। ਇਹ ਡਿਫਰੈਂਟ ਚਾਹੀਦੀ ਆਪਾਂ ਨੂੰ। ਲਾਈਨਸ ਆਫ ਐਕਸ਼ਨ ਇਹ ਡਿਫਰੈਂਟ ਚਾਹੀਦੇ ਨੇ ਆਪਾਂ ਨੂੰ। ਤੇ ਕਪਲ ਜਿਹਨੂੰ ਕਹਾਂਗੇ ਕਪਲ ਬਣਾ ਰਿਹਾ ਹੈਗਾ। ਤੇ ਇਹ 'ਚ ਹੋਰ ਬੜੀ ਇੰਪੋਰਟੈਂਟ ਗੱਲ ਕੀ ਹੈਗੀ ਆ, ਜਿਹੜੇ ਬੱਚੇ ਪਿਛਲਾ ਲੈਕਚਰ ਬਹੁਤ ਧਿਆਨ ਨਾਲ ਸੁਣ ਰਹੇ ਨੇ ਤੇ ਕੰਮ ਕਰ ਰਹੇ ਹੈਗੇ ਨੇ, ਪਿਛਲੇ ਲੈਕਚਰ ਸੁਣ ਰਹੇ ਨੇ ਧਿਆਨ ਨਾਲ ਅਤੇ ਕੰਮ ਨਾਲ ਕਰ ਰਹੇ ਨੇ, ਉਹਨਾਂ ਨੂੰ ਪਤਾ ਹੋਊਗਾ ਜਿੰਨੇ ਵੀ ਆਪਾਂ ਪਹਿਲਾਂ ਵੈਕਟਰਾਂ ਦੀ ਗੱਲ ਕੀਤੀ ਹੈ ਉਹ ਸਾਰੇ ਫ੍ਰੀ ਵੈਕਟਰ ਸੀਗੇ। ਫ੍ਰੀ ਵੈਕਟਰ ਮਤਲਬ ਕੀ ਸੀ? ਇਹ ਵੈਕਟਰ ਚੱਕ ਕੇ ਇੱਥੇ ਲੈ ਜਾਓ। ਪਰ ਇਹ ਕਪਲ 'ਚ ਗੱਲ ਧਿਆਨ ਰੱਖਣੀ ਹੈ, ਇਹ ਕਪਲ ਦੇ ਵਿੱਚ ਇਹ ਵੈਕਟਰ ਫ੍ਰੀ ਨਹੀਂ ਹੈਗੇ। ਆਹ ਦੋਨੇ ਫਿਕਸ ਵੈਕਟਰ ਨੇ, ਫਿਕਸ ਵੈਕਟਰ ਕਹਿੰਦੇ ਆ। ਇਹ ਵੈਕਟਰ ਫ੍ਰੀ ਨਹੀਂ ਹੈਗੇ, ਫਿਕਸ ਨੇ। ਮਤਲਬ ਇਹ ਇੱਥੇ ਰਹੂਗਾ, ਇਹ ਇੱਥੇ ਰਹੂਗਾ। ਇਹਨੂੰ ਚੱਕ ਕੇ ਤੁਸੀਂ ਇੱਥੇ ਨਹੀਂ ਲੈ ਕੇ ਆ ਸਕਦੇ। ਕਿਉਂ ਨਹੀਂ ਲੈ ਕੇ ਆ ਸਕਦੇ? ਕਪਲ ਦੇ ਵਿੱਚ ਸਪੈਸ਼ਲ ਡਿਫਾਈਨ ਕੀਤਾ ਹੈਗਾ ਕਿ ਲਾਈਨ ਆਫ ਐਕਸ਼ਨ ਡਿਫਰੈਂਟ ਹੀ ਚਾਹੀਦੇ ਨੇ। ਡਿਫਰੈਂਟ ਮਤਲਬ ਕਿ ਆਪਣੇ ਕੋਲ ਲਾਈਨ ਆਫ ਐਕਸ਼ਨ ਫਿਕਸ ਹੋਊਗੀ, ਇਹ ਇੱਥੇ ਆ, ਇਹ ਇੱਥੇ ਆ। ਇਹਨੂੰ ਆਪਾਂ ਅੱਗੇ ਪਿੱਛੇ ਨਹੀਂ ਲੈ ਕੇ ਜਾ ਸਕਦੇ। ਇਹਨੂੰ ਆਪਾਂ ਫੋਰਸ ਨੂੰ ਅੱਗੇ ਪਿੱਛੇ ਨਹੀਂ। ਮਤਲਬ ਇਹ ਗੱਲ ਧਿਆਨ ਰੱਖਣੀ ਆ ਕਿ ਇਹਦੇ ਵਿੱਚ ਇਹ ਸਾਰੇ ਵੈਕਟਰ ਫਿਕਸ ਵੈਕਟਰ ਲਵਾਂਗੇ ਆਪਾਂ, ਫ੍ਰੀ ਨਹੀਂ ਕਰਨੇ ਹੈਗੇ। ਹੁਣ ਇਹਦੇ ਵਿੱਚ ਅਤੇ ਇਹਦੇ ਵਿੱਚ ਇਹ ਬਹੁਤ ਫਰਕ ਆ। ਇਹ ਫਰਕ ਕਿਵੇਂ ਆ? ਇੱਕੋ ਪੁਆਇੰਟ ਤੇ ਜੇ ਆਪਾਂ ਇਕੁਅਲ ਤੇ ਆਪੋਜ਼ਿਟ ਫੋਰਸ ਲਾਵਾਂਗੇ, ਇੱਕ ਬੰਦਾ ਪੀ ਫੋਰਸ ਨਾਲ ਉੱਪਰ ਨੂੰ ਖਿੱਚ ਰਿਹਾ ਇਸ ਪੁਆਇੰਟ ਨੂੰ, ਦੂਜਾ ਬੰਦਾ ਸੇਮ ਫੋਰਸ ਨਾਲ ਨੀਚੇ ਨੂੰ ਖਿੱਚ ਰਿਹਾ ਹੈਗਾ, ਤਾਂ ਇਹ ਪਾਰਟੀਕਲ ਮੂਵ ਨਹੀਂ ਕਰੇਗਾ। ਇਹ ਪਾਰਟੀਕਲ ਮੂਵ ਨਹੀਂ ਕਰੇਗਾ। ਪਰ ਇਹਦੇ ਵਿੱਚ ਹੋ ਕੀ ਰਿਹਾ? ਇੱਕ ਬੰਦਾ ਇੱਧਰ ਫੋਰਸ ਲਾ ਰਿਹਾ ਇਕੁਅਲ, ਇੱਕ ਬੰਦਾ ਨੀਚੇ ਫੋਰਸ ਲਾ ਰਿਹਾ ਪੀ, ਨੀਚੇ ਨੂੰ ਏਦਾਂ ਫੋਰਸ ਲੱਗ ਰਹੀ ਹੈ। ਇੱਕ ਬੰਦਾ ਉੱਪਰ ਫੋਰਸ ਲਾ ਰਿਹਾ, ਇੱਕ ਬੰਦਾ ਨੀਚੇ ਫੋਰਸ ਲਾ ਰਿਹਾ, ਤਾਂ ਇਹ ਚੀਜ਼ ਘੁੰਮੇਗੀ। ਦੇਖੋ ਕਿੰਨਾ ਫਰਕ ਪੈ ਗਿਆ। ਲਾਈਨ ਆਫ ਐਕਸ਼ਨ ਡਿਫਰੈਂਟ ਲਾਈਨ ਨਾਲ ਫੋਰਸਿਸ ਸੇਮ ਨੇ। ਦੇਖੋ ਆਹ ਫੋਰਸਿਸ ਸੇਮ ਨੇ, ਆਹ ਫੋਰਸਿਸ ਸੇਮ ਨੇ। ਇਹ ਕਿਤੇ ਹੋਰ ਲੱਗ ਰਹੀ ਹੈ, ਇਹ ਕਿਤੇ ਹੋਰ ਲੱਗ ਰਹੀ ਹੈਗੀ ਹੈ। ਇਹਦੇ ਨਾਲ ਇਹ ਰੋਟੇਟ ਹੋ ਰਿਹਾ ਹੈਗਾ। ਇਹ ਸੇਮ ਪੁਆਇੰਟ ਲੱਗ ਰਹੀਆਂ ਨੇ, ਇਹ ਰੋਟੇਟ ਨਹੀਂ ਹੋ ਰਿਹਾ। ਇਹ ਕਾਫੀ ਇਹਦੇ 'ਚ ਫਰਕ ਆ ਜੀ। ਤਾਂ ਇਹ ਤਾਂ ਹੀ ਕਰਕੇ ਕਾਫੀ ਇੰਪੋਰਟੈਂਟ ਆਇਆ ਇਹਦੇ ਵਿੱਚ ਜੀ। ਜਿਵੇਂ ਆਪਾਂ ਟੂਟੀ ਖੋਲਦੇ ਹਾਂ, ਟੂਟੀ ਆਪਾਂ ਇੱਥੋਂ ਫੜ ਕੇ ਏਦਾਂ ਘੁਮਾਉਂਦੇ ਹਾਂ, ਬੰਦ ਕਰਦੇ ਹਾਂ ਜਾਂ ਖੋਲਦੇ ਹਾਂ, ਜਿਸ ਤਰ੍ਹਾਂ ਵੀ ਏਦਾਂ ਬੰਦ ਕਰਦੇ ਹਾਂ ਆਪਾਂ, ਦੋਨੇ ਪਾਸੇ ਇਕੁਅਲ ਫੋਰਸ ਲੱਗਦੀ ਹੈ। ਇਕੁਅਲ ਫੋਰਸ ਲੱਗਣ ਕਰਕੇ ਉਹ ਟੂਟੀ ਬੰਦ ਹੋ ਜਾਂਦੀ ਹੈ। ਉਲਟਾ ਕਰਾਂਗੇ ਤਾਂ ਘੁੰਮ ਜਾਏਗੀ। ਮਤਲਬ ਇਕੁਅਲ ਤੇ ਆਪੋਜ਼ਿਟ ਫੋਰਸ ਲਗਾਈਏ ਤਾਂ ਵੀ ਬਾਡੀ ਮੂਵ ਕਰ ਸਕਦੀ ਹੈਗੀ ਹੈ। ਏਦਾਂ ਨਹੀਂ ਹੈ ਕਿ ਇਕੁਅਲ ਤੇ ਆਪੋਜ਼ਿਟ ਫੋਰਸ ਲਾਈਏ ਤਾਂ ਬਾਡੀ ਪੱਕਾ ਮੂਵ ਨਹੀਂ ਕਰੂਗੀ। ਉਹ ਡਿਪੈਂਡ ਕਰਦਾ, ਜੇ ਸੇਮ ਪੁਆਇੰਟ ਤੇ ਲਾਓਗੇ ਤੇ ਬਾਡੀ ਮੂਵ ਨਹੀਂ ਕਰੇਗੀ, ਜੇ ਡਿਫਰੈਂਟ ਪੁਆਇੰਟਸ ਲਾਓਗੇ, ਕਿਸੇ ਹੋਰ ਪੁਆਇੰਟ ਤੇ ਲਾਈਏ ਫੋਰਸ, ਕਿਸੇ ਹੋਰ ਪੁਆਇੰਟ ਤੇ ਲਾਈਏ ਤਾਂ ਬਾਡੀ ਮੂਵ ਕਰੇਗੀ। ਤਾਂ ਇਸ ਚੀਜ਼ ਨੂੰ ਆਪਾਂ ਕਹਾਂਗੇ ਕਿ ਕਪਲ। ਕਪਲ ਵਰਡ ਦੋ ਨੂੰ ਕਹਿੰਦੇ ਆ। ਇਹ ਦੋ ਫੋਰਸਾਂ ਸੇਮ ਆਈਆਂ ਤਾਂ ਇਹਨੂੰ ਕਪਲ ਕਹਿੰਦੇ ਆ। ਇਹ ਕਪਲ ਵਰਡ ਆ।
ਤਾਂ ਪਹਿਲੀ ਗੱਲ ਜਿਹੜੀ ਇੰਪੋਰਟੈਂਟ ਗੱਲ ਯਾਦ ਰੱਖਣੀ ਆ ਕਿ ਆਪਾਂ ਨੇ ਇਹ ਫ੍ਰੀ ਵੈਕਟਰ ਨਹੀਂ ਹੈਗੇ, ਇਹਨੂੰ ਚੱਕ ਕੇ ਆਪਾਂ ਇੱਧਰ ਉੱਧਰ ਨਹੀਂ ਲੈ ਕੇ ਜਾਣਾ ਹੈਗਾ। ਜੇ ਫ੍ਰੀ ਵੈਕਟਰ ਹੁੰਦੇ ਤਾਂ ਇਹਦਾ ਮੀਨਿੰਗ ਨੂੰ ਚੱਕ ਕੇ ਆਪਾਂ ਇੱਥੇ ਲਿਆਉਂਦੇ, ਇਹਦਾ ਮੀਨਿੰਗ ਤੇ ਇਹਦਾ ਮੀਨਿੰਗ ਫਿਰ ਸੇਮ ਬਣ ਜਾਣਾ ਸੀ, ਪਰ ਇਹਨਾਂ ਦਾ ਮੀਨਿੰਗ ਲੱਗ ਗਿਆ ਪਤਾ ਇਹ ਹੋਰ ਚੀਜ਼ ਹੈ, ਇਹ ਹੋਰ ਚੀਜ਼ ਹੈ। ਇਸ ਕਰਕੇ ਆਪਾਂ ਕਪਲ ਦੇ ਵਿੱਚ ਫ੍ਰੀ ਵੈਕਟਰ ਨਹੀਂ ਮੰਨਣੇ। ਜਿਹੜਾ ਆਪਣਾ ਇੰਪੋਰਟੈਂਟ ਟੌਪਿਕ ਹੈ ਇਹਦੇ ਵਿੱਚ ਉਹ ਹੈ ਜੀ ਆਪਣੇ ਕੋਲ ਮੂਵਮੈਂਟ ਕੱਢਣਾ ਆਪਾਂ, ਮੂਵਮੈਂਟ ਆਫ ਕਪਲ। ਮੂਵਮੈਂਟ ਆਫ ਕਪਲ ਕੱਢਣਾ ਆਪਾਂ ਨੇ, ਇਹ ਇੰਪੋਰਟੈਂਟ ਚੀਜ਼ ਆ। ਉਹ ਮੂਵਮੈਂਟ ਆਫ ਕਪਲ ਕੀ ਹੋਊਗਾ ਉਹ ਗੱਲ ਆਪਾਂ ਧਿਆਨ ਨਾਲ ਦੇਖਣੀ ਹੈ। ਜਿਹੜੀ ਆਪਾਂ ਕਪਲ ਦੇ ਵਿੱਚ ਪਹਿਲੀ ਗੱਲ ਤਾਂ ਮੰਨੀ ਹੈਗੀ ਆ ਕਿ ਇਹ ਫੋਰਸ ਹੀ ਫ੍ਰੀ ਨਹੀਂ ਹੈਗੀਆਂ। ਦੂਜੀ ਗੱਲ ਆਪਾਂ ਪੜਾਂਗੇ ਆ ਜਿਹੜੀ ਲਾਈਨ ਵਿੱਚ ਲੈ ਰਹੇ ਆ ਆਪਾਂ ਫੋਰਸਿਸ ਆਪਾਂ ਹਮੇਸ਼ਾ ਉਹਦੇ ਪਰਪੈਂਡੀਕੂਲਰ ਹੀ ਡਰਾ ਕਰਾਂਗੇ ਆਪਾਂ। ਜਿਵੇਂ ਇੱਕ ਆ ਫੋਰਸ ਆ, ਇੱਕ ਆ ਫੋਰਸ ਆ, ਲਾਈਨ ਜਿਹੜੀ ਲੈਣੀ ਹੈਗੀ ਆਪਾਂ ਨੇ ਉਹ ਇਦਾਂ ਲੈਣੀ ਆ ਕਿ ਦੋਨਾਂ ਦੇ ਪਰਪੈਂਡੀਕੂਲਰ ਹੋਵੇ ਵਿਚਲ। ਇਹ ਡਾਇਗਰਾਮ ਬਣਾਉਣ ਲੱਗੇ ਆਪਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ। ਚਲੋ ਦੇਖੋ ਅੱਗੇ ਕਰਦੇ ਹਾਂ ਆਪਾਂ। ਇਹ ਸਮਝਣਾ ਆਪਾਂ ਮੂਵਮੈਂਟ ਆਫ ਕਪਲ ਕੀ ਹੈਗਾ, ਇਹ ਹੁੰਦਾ ਕੀ ਹੈਗਾ, ਉਹਨੂੰ ਸਮਝਾਉਣ ਵਾਸਤੇ ਪਹਿਲਾਂ ਇੱਕ ਛੋਟੀ ਥਿਊਰਮ ਕਰਨੀ ਹੈ ਆਪਾਂ ਨੇ। पर थोड़े थ्योरम करांगे फिर थोड़ा कंसेप्ट समझ आ जाएगा अपन। वो करनी की है, मैं आर्टिकल पढ़ रहा हैगा, स्टेटमेंट पढ़ रहा हूं, स्टेटमेंट तुसी भी देख लो जी। प्रूव दैट द अलजेब्राइक सम ऑफ मोमेंट्स ऑफ फोर्सेस फॉर्मिंग अ कपल अबाउट एनी पॉइंट इन देयर प्लेन इज कांस्टेंट। मतलब ध्यान दियो, एक कपल बना रही हैं दो फोर्सेस कपल किद्दां बनणगीਆਂ, इक्वल ते ऑपोजिट होणगीਆਂ ते उन्हां दा लाइन ऑफ एक्शन जो है वो डिफरेंट होएगा। फोर्सेस दो ने, ਇਹਦਾ ਕਿਸੇ ਇੱਕ ਪੁਆਇੰਟ ਤੇ, ਚਾਹੇ ਪੁਆਇੰਟ ਤੁਸੀਂ ਬਾਹਰ ਮੰਨ ਲਵੋ, ਇਹਨੂੰ A ਵੀ ਲੈ ਲਿਆ, ਇਹ ਫਸਟ ਡਾਇਗਰਾਮ, ਚਾਹੇ ਆਪਾਂ ਪੁਆਇੰਟ ਅੰਦਰ ਮੰਨ ਲਈਏ, ਆ P ਹੈ, ਆ ਵੀ P ਹੈ, ਇਹ ਸੈਕਿੰਡ ਡਾਇਗਰਾਮ, ਚਾਹੇ ਆਪਾਂ ਪੁਆਇੰਟ ਬਾਹਰ ਮੰਨ ਲਈਏ ਇਧਰੇ ਪਾਸੇ, सेंटर च मान लो, लैफ्ट वाले पासे बाहर मान लो, या राइट वाले पासे बाहर मान लो। ये तिन्ने केस दे विच P दा मूवमेंट अबाउट O, P दा मूवमेंट अबाउट O, इन्हां दा जो अलजेब्रिक सम आऊगा वो कांस्टेंट रहूगा। स्टेटमेंट देखो ध्यान नाल, स्टेटमेंट की है, अलजेब्रिक सम ऑफ मूवमेंट्स ऑफ फोर्सेस। आ दो फोर्सेस जो कपल बना रही है, फॉर्मिंग अ कपल, आ दो फोर्सेस कपल बना रही ने, इन्हां दा मूवमेंट अबाउट एनी पॉइंट कढांगे, चाहे पॉइंट बाहर होवे, चाहे पॉइंट अंदर होवे, चाहे पॉइंट बाहर इधर पासे बाहर होवे, तिन्ने केसेस दे विच जो मूवमेंट ऑफ फोर्सेस आऊगा फॉर्मिंग अ कपल इज शो करना आपां ने एनी पॉइंट इज कांस्टेंट, ये कांस्टेंट आऊगा। तिन्ने केस च आंसर सेम, कांस्टेंट चेंज ना होवे, तिन्ने केसेस च आंसर सेम आऊगा। तो पहला कर रहे हैं आपां केस फर्स्ट, मूवमेंट ऑफ फोर्सेस अबाउट O कितना होगा देखो जी, ये पॉइंट के अबाउट कट रहे हैं, P डायरेक्शन की आ रही है जी एंटी क्लॉकवाइज, ये पॉजिटिव होगा जी, तो की आ गया P इंटू O, ये P इंटू O बन जाएगा अपने को। दूजा आ गया अपने को माइनस अबाउट O कट रहे हैं P पॉइंट का, ए क्लॉकवाइज डायरेक्शन, ये आऊगा माइनस ऑफ P इंटू OP। हुण उही गल आ, जिन्हां नूं पिछला चैप्टर मूवमेंट समझ आया होगा जी, ये चैप्टर तां समझ आऊगा। ये पूरे चैप्टर मूवमेंट की गल करनी है, क्योंकि अब पूरे चैप्टर च मूवमेंट ऑफ कपल कहांगे, तो मूवमेंट की गल होगी इहदे विच।
ਇਹ ਆ ਗਿਆ ਆਪਣੇ ਕੋਲ ਤੇ ਇਹਦੇ ਵਿੱਚੋਂ P ਕੱਢ ਲਓ ਬਾਹਰ। OA OB ਨੂੰ ਕਿਵੇਂ ਲਿਖ ਸਕਦੇ ਆਪਾਂ? OB OA plus AB OA plus AB। ਇਹ OA ਕੱਢ ਗਿਆ ਤਾਂ ਕਿੰਨਾ ਆ ਗਿਆ? -P into AB -P into AB ਆ ਗਿਆ। ਇਹ ਪਹਿਲੇ ਕੇਸ 'ਚ ਮੂਵਮੈਂਟ ਆਇਆ। ਤਿੰਨੇ ਕੇਸ 'ਚ ਮੂਵਮੈਂਟ ਸੇਮ ਲੈ ਕੇ ਆਉਣਾ ਆਪਾਂ ਨੇ। ਹੁਣ ਕੇਸ ਲੈ ਰਹੇ ਹਾਂ ਆਪਾਂ ਇਸ ਤੋਂ ਬਾਅਦ ਸੈਕੰਡ ਕੇਸ ਲਿਆ ਮੂਵਮੈਂਟ of forces about O। ਕਿੰਨਾ ਹੋਊਗਾ ਦੇਖੋ ਜੀ, ਇਹਨੂੰ AB ਲੈ ਲਿਆ। A ਫੋਰਸ ਲਈ ਆਪਾਂ ਨੇ O about A ਘੁਮਾਵਾਂਗੇ, ਕਲੌਕਵਾਈਜ਼ ਆਏਗਾ, ਕਲੌਕਵਾਈਜ਼ ਨੈਗੇਟਿਵ -P into OA। ਇਹ ਵੀ ਕਲੌਕਵਾਈਜ਼ ਆਏਗਾ P into OB -P ਕਾਮਨ OA plus OB। ਇਹ ਕਿੰਨਾ ਆ ਗਿਆ? -P into AB। OA plus OB ਪੂਰੀ AB ਬਣ ਗਈ। ਕੇਸ ਥਰਡ ਲਿਆ ਆਪਾਂ ਇਸ ਤੋਂ ਬਾਅਦ movement of forces about O। देखो जी, A फोर्स अबाउट ले क्लॉकवाइज नेगेटिव आएगा आंसर, P इंटू OA नेगेटिव, ਇਹਦਾ P इंटू OB ਇਹਦਾ ਕੀ ਆਊਗਾ? ਪੋਜ਼ਿਟਿਵ एंटी क्लॉकवाइज -OA। OA ਨੂੰ ਆਪਾਂ ਲਿਖ ਲਿਆ, ਇਹ ਚੋਂ P ਕਾਮਨ ਕੱਢ ਲਿਆ, -P ਕਾਮਨ ਕੱਢ ਲਿਆ। OA ਆਪਾਂ ਲਿਖ ਲਿਆ AB plus OB। ਇਹ ਚੋਂ ਮਾਈਨਸ ਕਾਮਨ ਕੱਢਿਆ, ਕਿੰਨਾ ਆ ਗਿਆ? -OB। ਇਹ ਕੱਟ ਗਿਆ ਜੀ, ਇਹ ਕਿੰਨਾ ਆ ਗਿਆ? -P into A। ਇਹੀ ਸ਼ੋਅ ਕਰਨਾ ਸੀ ਆਪਾਂ ਨੇ ਕਿ ਪੁਆਇੰਟ ਜਿੱਦਾਂ ਮਰਜ਼ੀ ਹੋਵੇ, ਤਿੰਨੇ ਕੇਸਿਸ ਵਾਸਤੇ ਮੂਵਮੈਂਟ ਕੀ ਆ ਰਿਹਾ? ਆਪਣਾ ਕਾਂਸਟੈਂਟ। therefore movement of forces about any point in a plane। plane मतलब कि पहला गल कीती है, जे फोर्सेस बोर्ड के उपर बनाइया ने तो पॉइंट भी सेम बोर्ड से लेना, पॉइंट बाहर नहीं लेना है। इज कांस्टेंट, ये कांस्टेंट है। तो कितना आ रहा है अपना? -P into A। इत्थों आपने काफी इंपॉर्टेंट रिजल्ट बनाना है, वो देखो ध्यान नाल। ये प्रूव हो गया अपना जी, ते काफी इंपॉर्टेंट रिजल्ट की बनेगा वो देखना आपको। ਤੇ ਉਹ ਰਿਜ਼ਲਟ ਕੀ ਹੈਗਾ ਜੀ, ਉਹ ਆਪਾਂ ਦੇਖਣਾ। ਜਿਹੜਾ P into AB ਆਪਾਂ ਨੇ ਮੂਵਮੈਂਟ ਕੱਢਿਆ, ਮੂਵਮੈਂਟ P into AB ਨੈਗੇਟਿਵ ਕਿਉਂ ਹੈਗਾ? ਉਹ ਦੇਖੋ, ਜੇ ਆਪਾਂ ਇੱਧਰ ਫੋਰਸ ਲਾਈਏ, ਇਹਨੂੰ ਘੁਮਾਈਏ, ਇੱਕ ਫੋਰਸ ਇੱਧਰ ਲੱਗ ਰਹੀ, ਇੱਕ ਫੋਰਸ ਉੱਪਰ ਲੱਗ ਰਹੀ ਹੈ, ਇਹ ਡਾਇਰੈਕਸ਼ਨ ਜਿਹੜੀ ਹੋਏਗੀ ਇਹਦੀ, ਇਹ ਕਲੌਕਵਾਈਜ਼ ਹੋਏਗੀ, ਇਦਾਂ ਘੁੰਮੇਗਾ। ਕਲੌਕਵਾਈਜ਼ ਵਾਸਤੇ ਆਪਾਂ ਕੀ ਕਰਾਂਗੇ? ਨੈਗੇਟਿਵ ਪਾ ਦਾਂਗੇ। ਇਹ ਕਲੌਕਵਾਈਜ਼ ਜਿਵੇਂ ਚ ਨੈਗੇਟਿਵ ਆਇਆ, ਦੇਖੋ ਆਪਣਾ। ਜੇ ਆਪਣੀਆਂ ਫੋਰਸਾਂ ਇਦਾਂ ਹੋਣ ਜੀ, ਆ PP ਆ AB ਆ, ਇਹਦੇ ਪਰ ਫੋਰਸ ਆਪਾਂ ਇਦਾਂ ਉੱਪਰ ਲਾ ਰਹੇ, ਇੱਕ ਉੱਪਰ ਇੱਕ ਨੀਚੇ, ਤਾਂ ਇਸ ਕੇਸ ਚ ਬॉडी ਘੁੰਮੇਗੀ ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼ ਵਾਸਤੇ ਮੂਵਮੈਂਟ ਕੱਟਾਂਗੇ ਤਾਂ ਇਹ ਪੋਜ਼ਿਟਿਵ ਆਊਗਾ, एंटी क्लॉकवाइज। तो ਜਿਹੜਾ पहला फार्मूला ते इको फार्मूला ਇਹਦੇ ਚ मेन ਉਹ ਕੀ ਹੈਗਾ कि P into AB ਨੂੰ ਕਹਾਂਗੇ ਆਪਾਂ मूवमेंट ऑफ कपल। इस चीज ये फार्मूला मूवमेंट ऑफ कपल कहांगे P into AB ਨੂੰ। ਜੇ ਤਾਂ ਆਪਣੇ ਕੋਲ क्लॉकवाइज ਘੁੰਮ ਰਹੀ ਆ, ਅੱਗੇ ਨੈਗੇਟਿਵ ਪਾ ਦੇਵਾਂਗੇ। ਜੇ ਆਪਣੇ ਕੋਲ ਐਂਟੀ ਕਲੌਕਵਾਈਜ਼ ਘੁੰਮ ਰਹੀ ਹੈਗੇ ਤਾਂ ਪੋਜ਼ਿਟਿਵ ਪਾ ਦੇਵਾਂਗੇ। P into AB ਇਹ ਮੂਵਮੈਂਟ ਆਫ ਕਪਲ ਹੁੰਦਾ ਹੈਗਾ। ਇਹ ਗੱਲ ਧਿਆਨ ਰੱਖਣੀ ਹੈ, AB ਹਮੇਸ਼ਾ ਪਰਪੈਂਡੀਕੂਲਰ ਚਾਹੀਦੀ ਹੈ ਫੋਰਸ, ਇਹ ਗੱਲ ਧਿਆਨ ਰੱਖਣੀ ਹੈ।
कि ए बी जो है वो फोर्स हमेशा दोनों फोर्सेस हमेशा परपेंडिकुलर चाहिए है। ਤੇ ए बी का एक नाम रखा है ਆਪਾਂ ਨੇ, ਇਹਨੂੰ ਕਹਿੰਦੇ ਹੈਗੇ ਆਪਾਂ आर्म ऑफ कपल। ਇਹ ਕਪਲ ਦੀ ਬਾਹ ਲਾ ਲਓ, ਇਹਨੂੰ ਆਰਮ ਆਫ ਕਪਲ ਕਹਿੰਦੇ। ਤਾਂ ओवरऑल ਰਿਜ਼ਲਟ ਕੀ ਬਣਿਆ कि मोमेंट ऑफ कपल की गल करें, मोमेंट ऑफ कपल की होगा फोर्स इनटू आर्म। आर्म की हो गया अपने को जो दो फोर्सां विच परपेंडिकुलर, मैं दोबारा कह रहा कि परपेंडिकुलर चाहिए आपां नूं, ये गल ध्यान रखनी है। फोर्स इनटू परपेंडिकुलर डिस्टेंस और मोमेंट ऑफ कपल होगा। जे ये बॉडी नूं घुमा रही हैगी ने एंटी क्लॉकवाइज फिर पॉजिटिव आऊगा, जे क्लॉकवाइज हैगी आ फिर नैगेटिव आऊगा। ये अपना बेसिक फॉर्मूला दे विच मोमेंट ऑफ कपल दा। ਹੁਣ ਆਪਾਂ ਇਹਦੇ ਉੱਪਰ ਬੇਸਡ ਹੋਰ ਥਿਊਰਮਾਂ ਕਰਨੀਆਂ ਨੇ। तो थ्योरम मैं एक स्टेटमेंट पढ़ रहा हैगा, तुसी भी स्टेटमेंट देख लो। ये हैगा अपने कोल, प्रूव दैट टू कोप्लेनर कपल ऑफ इक्वल मूवमेंट्स एंड इन ऑपोजिट सेंस बैलेंस ईच अदर। बैलेंस ईच अदर ये काफी इंपॉर्टेंट है जी। ये काफी इंपॉर्टेंट किवें हैगा, जिवें एक कपल आ वो बनाया पैदा पी ले लिया, आ पी फोर्स आ पी फोर्स, ये मोमेंट ऑफ कपल आ जाऊगा पी इंटू ए बी करके। फिर ਇਹਦੇ ਨਾਲ ਦਾ एक होर लिया ਆਪਾਂ ਨੇ, किते भी लड़ा टेढ़ा मेढ़ा कोई फर्क नहीं पैंदा। ACD लड़ा समझाने वास्ते स्टेटमेंट, दोनों दा मूवमेंट ऑफ कपल जिहड़ा हैगा वो बराबर आ। दोनों फोर्सेस का जो मूवमेंट ऑफ कपल है वो इक्वल आ। दोनों का मूवमेंट ऑफ कपल इक्वल दिता है जी आप, ते आपां शो करना है कि ये दोने बैलेंस करनगे आपस। बैलेंस मतलब जे दोने कपल आपां लावांगे किसी बॉडी उपर, बॉडी नहीं घूमेगी, मतलब ओवरऑल चारे फोर्सेस का रिजल्टेंट की होगा अपने को जीरो होगा। ये काफी इंपॉर्टेंट है जी। जिवें आ दो फोर्सेस रिजल्टेंट आपां जीरो नहीं किया बिकॉज ये किते होर लग रहा है, ये किते होर लग रहा है। रिजल्टेंट जीरो का मतलब की हुंदा कि बॉडी नहीं घूम रही। ये कपल एक मान लो आला कपल, दोने लग रहे, दोनों मूवमेंट ऑफ कपल सेम आ। इन ऑपोजिट सेंस की क्या हैगा वो मैं दसनी है गल। ऑपोजिट सेंस किवें हैगा, जिवें ए तक घुमा रहा है बॉडी नूं एंटी क्लॉकवाइज, सॉरी क्लॉकवाइज घुमा रहा है, ए घुमा रहा है एंटी क्लॉकवाइज। ਇਹਦੇ ਵਿੱਚ ਤੁਸੀਂ ਕਹੋਗੇ ਨੈਗੇਟਿਵ ਆ ਰਿਹਾ ਹੈਗਾ ਤਾਂ ਨੈਗੇਟਿਵ ਹੋ ਗਿਆ, ਨਹੀਂ ਇਹ ऑपोजिट सेंस वर्ड बाता अपन कि नैगेटिव आ। ये दूजे पासे घुमा रहा है, ये इधरले पासे घुमा रहा है, दूजे पासे घुमा रहा है, तो ओवरऑल जिहड़ा हैगा बॉडी नहीं घूमेगी। रिजल्टेंट आप जीरो शो करना कि बैलेंस करनगे आप। बैलेंस मतलब की हो गया कि बॉडी नहीं घूमेगी। ध्यान रखना जी, जिवें तुहानू कहा एक दा मूवमेंट 20 आ, एक दा -20 है। थोड़ी गल समझानी उरे इक्वल टू किवें पाता, कई दिमाग च गल आ रही होगी ये जिहड़ा हैगा ये तो मान लिया कि एंटी क्लॉकवाइज दा पॉजिटिव होगा मूवमेंट, ये क्लॉकवाइज दे विच आपां नैगेटिव क्यों नहीं पाया। वो गल इदां एक दा मूवमेंट मान लो 20 आ, एक मूवमेंट ऑफ कपल, एक दा मूवमेंट ऑफ कपल -20। इत्थों की गल हो रही है कि दोनों दे मूवमेंट सेम ने पर डायरेक्शन ऑपोजिट आ। मूवमेंट सेम किवें कह रहे हैं आपां, इत्थों देख के कह रहे हैं मूवमेंट सेम ने, बराबर ने। नैगेटिव साइन दा जस्ट डायरेक्शन दस रहे आपां कि यह अपने को बॉडी जिहड़ी हैगी है एंटी क्लॉकवाइज घूम रही है, ਇਹਦੇ ਵਿੱਚ क्लॉकवाइज घूम रही है। मतलब मूवमेंट तो दोनों सेम आ पर सेंस की हैगी आ ऑपोजिट आ।
ऑपोजिट मतलब की हो गया अपने को, ए पॉजिटिव है ए नेगेटिव, उत्थों डिसाइड हो रहा मैं दोनों मूवमेंट ऑफ कपल का सेम आ, पर सेंस ऑपोजिट मतलब की है, एक क्लॉकवाइज घुमा रहा है एक एंटी क्लॉकवाइज घुमा रहा है, मतलब कि एक बंदा इनू इधरले पासे घुमा रहा है स्कूटी नू, इक्वल दूजे पासे घुमा रहा है इक्वल बराबर नाल, दोनों मूवमेंट ऑफ कपल बराबर है, उस केस च बॉडी नहीं घूमेगी, ये शो करना। इंपॉर्टेंट रिजल्ट किवें कह रहा है जी, जिन्हें समझना होवे ਉਹਦੇ ਵਾਸਤੇ ਇੰਪੋਰਟੈਂਟ ਰਿਜ਼ਲਟ ਆਪਾਂ ਕਿਵੇਂ ਕਹਿ ਰਹੇ ਹਾਂ, ਜਿਵੇਂ ਇਹ ਵੈਕਟਰ ਫ੍ਰੀ ਨਹੀਂ ਹੈਗੇ ਨਾ, ਜੇ ਆਪਾਂ ਉਹਨੀ ਗੱਲ ਕੀਤੀ ਹੈ ਕਿ ਇਹ ਇਹਨੂੰ ਬੈਲੈਂਸ ਨਹੀਂ ਕਰੇਗਾ, ਇਹ ਚੱਕ ਕੇ ਆਪਾਂ ਇੱਥੇ ਨਹੀਂ ਲਿਆ ਸਾਰੇ, ਜੇ ਬੈਲੈਂਸ ਨਹੀਂ ਕਰੇਗਾ ਤਾਂ ਇਹ ਬਾਡੀ ਜਿਹੜੀ ਹੈਗੀ ਆ ਘੁੰਮੇਗੀ, ਜੇ ਬੈਲੈਂਸ ਕਰਦਾ ਫਿਰ ਨਹੀਂ ਘੁੰਮਣੀ ਸੀ। ਫ੍ਰੀ ਵੈਕਟਰ ਤਾਂ ਹੈ ਨਹੀਂ, ਪਰ ਜੇ ਦੋ ਕਪਲ ਆਪਾਂ ਲਾ ਦਈਏ ਸੇਮ ਮੂਵਮੈਂਟ ਆਫ ਕਪਲ ਹੋਵੇ ਸੈਂਸ ਆਪੋਜ਼ਿਟ ਹੋਵੇ, ਫਿਰ ਦੋਨੇ ਬੈਲੈਂਸ ਕਰਨੇ, ਫਿਰ ਪੱਕਾ ਬਾਡੀ ਇਕੁਇਲਿਬਰੀਅਮ ਚ ਹੋਊ। ਇਸ ਕਰਕੇ ਇਹ ਹੈਗੀ ਆ, ਚਲੋ ਆਪਾਂ ਥਿਊਰਮ ਕਰਦੇ ਹੈਗੇ। ਇਹਨਾਂ ਵਿੱਚ ਇਹੀ ਹੈ ਕਿ ਸਮਝਣ ਵਾਲਾ ਕੰਮ ਜ਼ਿਆਦਾ ਹੈਗਾ, ਤੇ ਬਾਕੀ ਨੂਮੈਰੀਕਲ ਕਰਾਂਗੇ ਆਪਾਂ, ਨੂਮੈਰੀਕਲ ਜੇ ਪ੍ਰੋਪਰ ਹੋਣਗੇ ਤੁਹਾਡੇ ਸਾਰੇ ਤਾਂ ਹੋਰ ਪ੍ਰੋਪਰ ਸਮਝ ਆਓ ਕਨਸੈਪਟ ਜੀ। ਇਹਦੇ ਵਿੱਚ ਕਰ ਕੀ ਰਹੇ ਹੈਗੇ ਆ ਉਹ ਦੇਖ ਲਓ, दो केस बना रहे हैं आप। केस पहला, इफ लाइंस ऑफ एक्शन ऑफ फोर्सेस फॉर्मिंग अ couple intersect each other। एक छोटी गल होर समझा दवां जिहदे विच, ਉਹ ਫਿਰ ਨਾਲ ਹੀ ਹੈਗੀ ਹੈ, ਜਿਵੇਂ ਇੱਕ ਤਾਂ ਕਪਲ ਆ ਲੈ ਲਿਆ ਆਪਾਂ ਨੇ, ਆ ਬਸ परपेंडिकुलर ਲੈਣਾ ਆਪਾਂ ਨੇ, मान लो आ क्यू फोर्स ले ली अपने, एक कपल आ ले लिया, आ दो कपल ले लिया अपने, इन्हां दोनों दियां लाइन ऑफ एक्शन जो हैगियां ने वो आपस च इंटरसैक्ट कर रही ने। कई बच्चों ने पता नहीं होना जी, मैं पहला भी गल की नहीं हैगी, पहला गल करी नहीं हैगी, ਇਹ ਹੁਣ ਦੱਸਣੀ ਆ ਕਿ ਲਾਈਨ ਕੀ ਹੁੰਦੀ ਹੈ। ਇੱਕ ਲਾਈਨ ਹੁੰਦੀ ਆ ਜੀ, ਇਸ ਤੋਂ ਅਲੱਗ ਪਾਰਟ ਆ, ਇੱਕ ਹੁੰਦੀ ਹੈਗੀ ਆ ਲਾਈਨ ਸੈਗਮੈਂਟ, ਇੱਕ ਹੁੰਦੀ ਹੈਗੀ ਆ ਰੇ। ਇਹ ਤਿੰਨ ਕੈਟਾਗਰੀਆਂ ਬਣੀਆਂ ਹੁੰਦੀਆਂ ਨੇ। ਲਾਈਨ ਕੀ ਹੁੰਦੀ ਹੈਗੀ ਆ, ਜਿਹਦਾ ਕੋਈ ਐਂਡ ਪੁਆਇੰਟ ਨਾ ਹੋਵੇ। ਹੁਣ ਧਿਆਨ ਦੇ ਵਿੱਚ ਹੋਵੇ, ਜਦੋਂ ਆਪਾਂ ਐਕਸ ਐਕਸਿਸ ਵਾਈ ਐਕਸਿਸ ਪਾਉਂਦੇ ਹੈਗੇ ਆ, इधर एरो पाने, इधर एरो पाने, एरो पाने का मतलब की है कि यह लाइन चली जा रही है, एंड नहीं हो रही, इधर भी जा रही है पिछे भी जा रही है, ये लाइन एंडलैस है, एंडलैस एंड नहीं है लाइन का, जिसका कोई एंड ना होवे उन्होंने लाइन कहने हैं। लाइन सैगमेंट की हुंदा, लाइन सैगमेंट वर्ड कहने हैगे आ हिस्सा, सैगमेंट आपां हिस्से नूं कहने आ, जो लाइन का हिस्सा है, जिवें उरों तो लैके उरे तक ਜਿਹਦੇ ਦੋਨੇ ਐਂਡ ਪੁਆਇੰਟ ਪਤਾ ਹੋਣ, ਇਹ ਲਾਈਨ ਦਾ ਹਿੱਸਾ ਹੋ ਗਿਆ। ਜਿਵੇਂ ਆਪ ਲਾਈਨ ਜਾ ਰਹੀ ਹੈ ਸਾਰੀ, ਉਹਦਾ ਹਿੱਸਾ ਕਰ ਦੋ, ਇੱਥੋਂ ਤੋੜ ਦੋ, ਕੱਟ ਦੋ, ਇਹ ਲਾਈਨ ਦਾ ਹਿੱਸਾ ਬਣ ਗਿਆ। ਮਤਲਬ ਜਿਹਦੇ ਦੋਨੇ ਐਂਡ ਪੁਆਇੰਟ ਪਤਾ ਹੋਣ ਉਹਨੂੰ ਲਾਈਨ ਸੈਗਮੈਂਟ ਕਹਿੰਦੇ, ਇਸ ਕੇਸ 'ਚ ਲਾਈਨ ਸੈਗਮੈਂਟ। ਤੀਜੀ ਗੱਲ ਰੇ, ਰੇ ਕੀ ਹੁੰਦੀ ਹੈ, ਜਿਵੇਂ ਆਪਾਂ ਕਿਰਨਾਂ, ਜਿਵੇਂ ਕਿਰਨਾਂ ਕਹਿੰਦੇ ਆ, ਸੂਰਜ ਦੀਆਂ ਕਿਰਨਾਂ ਸੂਰਜ ਤੋਂ ਨਿਕਲਦੀਆਂ ਨੇ, ਨਿਕਲਦੀਆਂ ਸੂਰਜ ਤੋਂ ਨੇ, तो ਜਾਂਦੀਆਂ ਕਿੱਥੇ ਨੇ, ਇਹ ਇਨਫਿਨਿਟ ਮੈਨੀ ਤੱਕ। ਮਤਲਬ ਰੇ ਕੀ ਹੁੰਦੀ ਹੈਗੀ ਆ, ਜਿਹਦਾ ਇੱਕ ਐਂਡ, ਇੱਕ ਸਟਾਰਟਿੰਗ ਪੁਆਇੰਟ ਤਾਂ ਪਤਾ ਹੋਵੇ, ਇੱਕ ਐਂਡ ਪਤਾ ਹੋਵੇ, ਦੂਜਾ ਐਂਡ ਨਾ ਪਤਾ ਹੋਵੇ, ਇੱਕ ਐਂਡ ਪਤਾ ਹੋਵੇ, ਦੂਜਾ ਐਂਡ ਨਾ ਪਤਾ ਹੋਵੇ, ਇਹਨੂੰ ਰੇ ਕਹਿੰਦੇ। ਤਿੰਨ ਕੈਟਾਗਰੀਆਂ ਹੁੰਦੀਆਂ ਨੇ। ਹੁਣ ਲਾਈਨ ਆਫ ਐਕਸ਼ਨ, ਲਾਈਨ ਆਫ ਐਕਸ਼ਨ ਇਹ ਵਰਡ ਆਪਾਂ ਯੂਜ਼ ਕਰ ਰਹੇ ਹੈਗੇ, ਇਹਦਾ ਮਤਲਬ ਕੀ ਆ ਕਿ ਜਿਸ ਲਾਈਨ ਦੇ ਅਲੋਂਗ ਇਹ ਫੋਰਸ ਲੱਗ ਰਹੀ ਹੈ, ਲਾਈਨ ਦੀ ਵਰਡ, ਲਾਈਨ ਦੀ ਗੱਲ ਕਰ ਰਹੇ ਹਾਂ,
ਤਾਂ ਇਹਦਾ ਕੋਈ ਐਂਡ ਪੁਆਇੰਟ ਨਹੀਂ ਹੈ, ਇਹ ਚੱਲੀ ਜਾਊਗੀ, ਇਹਦਾ ਕੋਈ ਐਂਡ ਪੁਆਇੰਟ ਨਹੀਂ ਹੈ। ਇਹ ਲਾਈਨ ਆਫ ਐਕਸ਼ਨ ਇਹਦੀ ਹੋਗੀ, ਇਹਦਾ ਵੀ ਕੋਈ ਐਂਡ, ਕਿਉਂ ਲਾਈਨ ਦਾ ਕੋਈ ਐਂਡ ਪੁਆਇੰਟ ਨਹੀਂ ਹੁੰਦਾ ਕਿ ਇਹਨਾਂ ਦੋਨਾਂ ਫੋਰਸਿਸ ਦੀ ਲਾਈਨ ਆਫ ਐਕਸ਼ਨ ਇੰਟਰਸੈਕਟ ਨਹੀਂ ਕਰ ਰਹੀ ਹੈਗੀ। ਤਾਂ ਦੋ ਤਰ੍ਹਾਂ ਦੇ ਕੇਸ ਬਣਨਗੇ ਓਵਰਆਲ, ਇੱਕ ਤਾਂ ਲਾਈਨ ਆਫ ਐਕਸ਼ਨ ਆਫ ਫੋਰਸਿਸ ਇੰਟਰਸੈਕਟ ਕਰੇਗੀ, ਇੱਕ ਜਦੋਂ ਪੈਰਲਲ ਹੋਏਗੀ। ਦੋ ਤਰ੍ਹਾਂ ਦੇ ਕੇਸ ਬਣਨਗੇ, ਬਸ ਇਹ ਦੋਨੇ ਕੇਸ ਆਪਾਂ ਨੇ ਸੋਲਵ ਕਰਨੇ। ਆ ਦੇਖੋ ਲਾਈਨ ਆਫ ਐਕਸ਼ਨ ਦੋਨਾਂ ਦੀ ਕੀ ਹੈਗੀ ਹੈ, ਪੈਰਲਲ। ਇਹ ਦੋਨੇ ਕੇਸਿਸ ਆਪਾਂ ਅਲੱਗ-ਅਲੱਗ ਸੋਲਵ ਕਰਨੇ ਨੇ। ਸੋ ਦੇਖੋ ਧਿਆਨ ਨਾਲ, ਨਿੱਕੀਆਂ ਨਿੱਕੀਆਂ ਗੱਲਾਂ ਧਿਆਨ ਰੱਖਣੀਆਂ ਨੇ ਜੀ। ਜੋ ਪ੍ਰੂਫ ਸਟਾਰਟ ਕਰ ਰਹੇ ਹਾਂ ਜੀ, ਪਹਿਲਾ ਕੇਸ ਦੇ ਦੇਖੋ ਡਾਇਗਰਾਮ ਕਿੱਦਾਂ ਬਣਾ ਰਹੇ ਹਾਂ ਉਹ ਦੇਖ ਲਿਓ, ਸਮਝਣ ਵਾਸਤੇ ਕਿ ਸੌਖੀ ਜੀ ਬਣੇ, ਉਹਦੇ ਵਾਸਤੇ ਕਰ ਰਹੇ ਹਾਂ। ਜਿਵੇਂ ਇੱਕ ਤਾਂ ਆਹ ਲੈ ਲਈ ਫੋਰਸ, ਇੱਕ ਆਹ ਲੈ ਲਈ ਫੋਰਸ, ਇਕੁਅਲ ਤੇ ਆਪੋਜ਼ਿਟ ਕਪਲ ਬਣਾ ਰਹੀਆਂ ਨੇ। ਇੱਕ ਆਹ ਫੋਰਸ ਲੈ ਲਈ ਕਿਉਂ, ਇੱਕ ਆਹ ਫੋਰਸ ਲੈ ਲਈ ਕਿਉਂ, ਇਹਦਾ ਇੰਟਰਸੈਕਟ ਕਰਵਾਤੀਆਂ ਲਾਈਨ ਆਫ ਐਕਸ਼ਨ। ਆਹ ਲਾਈਨ ਨਾ ਕੱਟ ਕਰੇ ਲਾਈਨ, ਕਿਵੇਂ ਆ ਦੇਖ ਲਓ ਧਿਆਨ, ਡਾਇਗਰਾਮ ਕਿੱਦਾਂ ਬਣਾਈ ਆ। ਜੇ ਪਹਿਲਾਂ ਡਾਇਗਰਾਮ ਬਣਾਈ ਸਮਝ ਲਓ ਡਾਇਗਰਾਮ ਕਿੱਦਾਂ ਬਣੇਗੀ ਜੀ। ਜਿਵੇਂ ਪਹਿਲਾਂ ਬਣਾਇਆ ਸੀ ਆਪਾਂ ਨੇ, ਜਿਵੇਂ ਇੱਕ ਆਹ ਕਪਲ ਬਣਾ ਰਿਹਾ ਹੈਗਾ, ਆਹ ਬਣਾ ਰਿਹਾ ਨਾ। ਪਹਿਲੀ ਗੱਲ ਜਿਹੜੀ ਡਾਇਗਰਾਮ ਬਣਾਈ ਆ ਇਹਦੇ ਵਿੱਚ ਮੈਂ ਆਹ ਨਹੀਂ ਸ਼ੋਅ ਕੀਤਾ ਹਜੇ, ਇਹ ਡਾਇਗਰਾਮ ਏਦਾਂ ਬਣਾਈ ਆ, ਆਰਮ ਨਹੀਂ ਸ਼ੋਅ ਕੀਤੀ, ਆਰਮ ਹਜੇ ਸ਼ੋਅ ਨਹੀਂ ਕੀਤੀ ਹੈਗੀ, ਪਹਿਲੀ ਗੱਲ। ਦੂਜੀ ਗੱਲ ਏਦਾਂ ਵਧਾਤੀਆਂ ਅੱਗੇ, ਥੋੜੀ ਜੀ ਥੋੜਾ ਜਿਹਾ ਘੁਮਾ ਲਈਏ ਫਿਰ ਡਾਇਗਰਾਮ ਸੌਖੀ ਬਣ ਜਾਏਗੀ। ਆਹ ਪੀ ਹੈ ਜੀ, ਆਹ ਪੀ, ਆ ਦੋਨੋਂ ਲਾਈਨ ਆਫ ਐਕਸ਼ਨ। ਜਿਹੜੀ ਗੱਲ ਸ਼ੋਅ ਕਰਨੀ ਆ, ਇੱਧਰ ਕਿਊ ਆ, ਇੱਧਰ ਕਿਊ ਆ, ਇੱਧਰ ਪੀ ਆ, ਇੱਧਰ ਪੀ ਆ, ਇਹਨਾਂ 'ਚ ਪੈਰਲਲੋਗ੍ਰਾਮ ਬਣੇਗਾ ਇਦਾਂ ਦਾ। ਹੁਣ ਇਹ ਥੋੜੀ ਔਖੀ ਡਾਇਗਰਾਮ ਬਣੀ ਆ ਦੇਖਣ ਨੂੰ, ਤਾਂ ਇਹ ਸੌਖੀ ਜੀ ਬਣਾ ਲਈ ਪਹਿਲਾਂ ਆਪਾਂ ਡਾਇਗਰਾਮ, ਇਹ ਡਾਇਗਰਾਮ ਸੌਖੀ ਬਣਾ ਲਈ ਪਹਿਲਾਂ ਆਪਾਂ ਨੇ ਕਿ ਆਹ ਡਾਇਗਰਾਮ ਜਿਹੜੀ ਦੇਖਣ ਨੂੰ ਥੋੜੀ ਔਖੀ ਲੱਗੀ ਜਾਂਦੀ ਹੈ, ਪਰ ਬਣੂਗੀ ਇਦਾਂ। ਇਹ ਲਾਈਨ ਵਧਾਤੀਆਂ, ਇਹ ਲਾਈਨ ਦਾ ਜਿੱਥੇ ਕੱਟ ਕਰਨਗੀਆਂ ਇਦਾਂ ਪੈਰਲਲੋਗ੍ਰਾਮ ਸ਼ੇਪ ਬਣੂਗਾ ਕੁਛ। ਜਿਵੇਂ ਪੈਰਲਲੋਗ੍ਰਾਮ ਕਿਉਂ ਕਹਿ ਰਹੇ ਹਾਂ, ਆਹ ਪੈਰਲਲ ਨੇ, ਆਹ ਪੈਰਲਲ ਨੇ, ਪੈਰਲਲੋਗ੍ਰਾਮ ਬਣ ਜਾਏਗਾ, ਪਹਿਲੀ ਗੱਲ। ਦੂਜੀ ਗੱਲ, ਡਾਇਗਰਾਮ ਦੇਖ ਕੇ ਬਣਾਉਣੀ ਹੈ ਬਹੁਤ ਧਿਆਨ ਨਾਲ ਕਿ ਇਹ ਨੀਚੇ ਨਹੀਂ ਬਣਾਉਣੀ ਡਾਇਰੈਕਸ਼ਨ, ਇਹ ਡਾਇਰੈਕਸ਼ਨ ਨੀਚੇ ਨਹੀਂ ਬਣਾਉਣੀ ਹੈਗੀ। ਕਿਉਂ, ਪਹਿਲਾ ਕਪਲ ਜੋ ਹੈ ਉਹ ਬਾਡੀ ਨੂੰ ਕਿੱਦਾਂ ਘੁਮਾ ਰਿਹਾ, ਐਂਟੀ ਕਲੌਕਵਾਈਜ਼। ਦੂਜਾ ਉਹਨੂੰ ਕਲੌਕਵਾਈਜ਼ ਘੁਮਾਵੇ, ਆਪੋਜ਼ਿਟ ਸੈਂਸ ਲੈਣੀ ਹੈ ਆਪਾਂ ਨੇ। ਪਹਿਲਾ ਤਾਂ ਐਂਟੀ ਕਲੌਕਵਾਈਜ਼ ਘੁਮਾ ਰਿਹਾ, ਪੀ ਵਾਲਾ ਇਦਾਂ ਘੁਮਾ ਰਿਹਾ ਐਂਟੀ ਕਲੌਕਵਾਈਜ਼, ਜਿਹੜਾ ਕਿਊ ਵਾਲਾ ਉਹ ਵੀ ਐਂਟੀ ਕਲੌਕਵਾਈਜ਼ ਬਣਾ ਰਿਹਾ, ਤਾਂ ਦੋਨੇ ਸੇਮ ਸੈਂਸ ਵਿੱਚ ਹੋ ਗਏ। ਸੇਮ ਸੈਂਸ ਨਹੀਂ ਕਿਹਾ ਉਹਨੇ, ਉਹਨਾਂ ਨੇ ਕਿਹਾ ਹੈਗਾ ਕਿ ਆਪਾਂ ਨੇ ਲੈਣੇ ਹੈਗੇ ਨੇ ਆਪੋਜ਼ਿਟ ਸੈਂਸ। ਤਾਂ ਡਾਇਗਰਾਮ ਥੋੜੀ ਦੇਖ ਕੇ ਬਣਾਉਣੀ ਹੈ। ਕਿਊ ਚੈੱਕ ਕਰ ਲਓ, ਹੁਣ ਕਿਊ ਘੁਮਾ ਰਿਹਾ ਹੈਗਾ ਪੁੱਠੇ ਪਾਸੇ, ਐਂਟੀ ਕਲੌਕਵਾਈਜ਼, ਪੀ ਘੁਮਾ ਰਿਹਾ ਕਲੌਕਵਾਈਜ਼। ਹੁਣ ਠੀਕ ਹੈ, ਇਹ 'ਚ ਆਰਮ ਦੀ ਗੱਲ ਨਹੀਂ ਕੀਤੀ ਆਪਾਂ ਨੇ, ਉਹ ਬਣਾਵਾਂਗੇ ਬਾਅਦ ਚੋਂ ਆਪਾਂ। ਹੁਣ ਓਵਰਆਲ ਫੋਰਸਾਂ ਕਿੰਨੀਆਂ ਬਣ ਗਈਆਂ, 4 ਫੋਰਸਾਂ ਹੋ ਗਈਆਂ। ਇਹਨਾਂ ਵਿੱਚੋਂ ਕੋਈ ਵੀ ਵੈਕਟਰ ਫ੍ਰੀ ਵੈਕਟਰ ਨਹੀਂ ਹੈਗਾ, ਧਿਆਨ, ਕਪਲ 'ਚ ਫ੍ਰੀ ਵੈਕਟਰ ਨਹੀਂ ਹੈਗਾ, ਇਹ ਗੱਲ ਧਿਆਨ ਰੱਖਣੀ ਹੈ। ਤਾਂ ਆਪਾਂ ਕਰਨਾ ਕੀ ਇਹਦੇ ਵਿੱਚ, ਉਹ ਧਿਆਨ ਦਿਓ। ਜਿਵੇਂ ਇਹਨੂੰ A ਮੰਨ ਲਿਆ, ਇਹ B ਮੰਨ ਲਿਆ, ਇਹ C, ਇਹ D, ਲੈਟ ਕਰ ਲਿਆ A B C D। Here A B C D is a parallelogram होगा जी, opposite sides parallel ने parallelogram बनेगा। सो देखियो ध्यान ਨਾਲ, ਕਾਫੀ ਇੰਪੋਰਟੈਂਟ ਕੰਮ ਹੈ ਇਹਦੇ ਵਿੱਚ। ਹੁਣ ਮੂਵਮੈਂਟ ਆਫ ਕਪਲ ਸੇਮ ਆ ਦੋਨਾਂ ਦਾ, ਮੂਵਮੈਂਟ ਆਫ ਕਪਲ ਕੱਢ ਸਕਦੇ P ਦਾ ਕਿੰਨਾ ਆਊਗਾ, ਕੱਢ ਸਕਦੇ ਹਾਂ ਜੇ ਆਪਾਂ ਨੂੰ ਇਹਦੀ ਆਰਮ ਪਤਾ ਹੋਵੇ। ਫਿਰ ਆਪਾਂ ਇਹ ਕਰ ਰਹੇ ਆਰਮ ਕੀ ਲੈ ਰਹੇ, ਇੱਥੋਂ ਪਰਪੈਂਡੀਕੂਲਰ ਡਰਾ ਕਰਤਾ,
ਜਿਹੜਾ ਆਹ ਡਿਸਟੈਂਸ ਹੈਗਾ ਇਹਨੂੰ P ਮੰਨ ਲਿਆ ਆਪਾਂ ਨੇ। ਇਹ ਆਰਮ ਮੰਨ ਲਈ, ਆਰਮ ਕਿਹਦੀ ਆ? P, ਜੋ P ਕਪਲਰ, P ਫੋਰਸਿਸ ਕਪਲਰ ਬਣਾ ਰਹੀਆਂ ਉਹਦੀ ਆਰਮ ਲੈ ਲਈ ਆਪਾਂ। ਤੇ ਹੁਣ Q ਵਾਲਾ ਮੂਵਮੈਂਟ ਵੀ ਕੱਢਣਾ, ਤਾਂ ਇੱਥੋਂ ਆਪਾਂ ਨੇ ਇਹਨਾਂ ਪਰਪੈਂਡੀਕੂਲਰ ਡਿਸਟੈਂਸ ਕੱਢ ਲਿਆ ਜੀ। ਇੱਥੋਂ ਇਹ ਜਿਹੜਾ ਡਿਸਟੈਂਸ ਆਪਾਂ Q ਮੰਨਦੇ ਹਾਂ, P ਵਾਸਤੇ, P Q ਵਾਸਤੇ, ਇਹ ਆਰਮ ਨਿਕਲ ਗਈ, ਇਹਦਾ ਮੂਵਮੈਂਟ ਆਫ ਕਪਲ ਨਿਕਲ ਜਾਏਗਾ। ਹੇਅਰ movement of couples are same, ਦਿੱਤੇ ਹੋਏ ਨੇ movement of couple same ਨੇ। therefore ਇਹ ਡਾਇਗਰਾਮ ਖੁੱਲੀ ਬਣਾ ਲਈਏ, ਡਾਇਗਰਾਮ ਖੁੱਲੀ ਬਣਾ ਲਈਏ। ਪਹਿਲਾ movement of couple ਕੀ ਆਏਗਾ? P into P, force into distance। ਦੂਜਾ ਕਿੰਨਾ ਹੋਗਾ? force Q ਆ, Q into distance। ਇਹ ਬਰਾਬਰ ਨੇ ਦੋਨੇ movement, ਸੈਂਸ ਆਪੋਜ਼ਿਟ ਆ। ਉਹ ਲੱਗ ਰਿਹਾ ਪਤਾ ਆਪਾਂ ਨੂੰ, ਇੱਕ ਐਂਟੀ ਕਲੌਕਵਾਈਜ਼, ਦੂਜਾ ਇੱਕ ਐਂਟੀ ਕਲੌਕਵਾਈਜ਼, ਇੱਕ ਕਲੌਕਵਾਈਜ਼, ਉਹ ਲੱਗ ਰਿਹਾ ਪਤਾ, ਦਿੱਤਾ ਹੈ ਇੱਕ ਆਪਾਂ ਨੂੰ। ਹੁਣ ਦੇਖੋ ਧਿਆਨ ਨਾਲ, ਹੁਣ ਉਹੀ 10th ਲੈਵਲ ਦੇ ਕਨਸੈਪਟ ਕਾਫੀ ਆਉਣਗੇ, ਨਾਲ ਨੋਟ ਕਰ ਲਿਓ ਜੀ। ਏਰੀਆ ਆਫ ਪੈਰਲਲੋਗ੍ਰਾਮ ਕੀ ਹੁੰਦਾ? ਏਰੀਆ ਆਫ ਪੈਰਲਲੋਗ੍ਰਾਮ ਇਹ ਹੁੰਦਾ ਹੈਗਾ ਜੀ, ਜੇ ਤੁਹਾਨੂੰ ਪੈਰਲਲੋਗ੍ਰਾਮ ਪਤਾ ਹੋਵੇ, ਕਿਸੇ ਇੱਕ ਸਾਈਡ ਤੋਂ ਪਰਪੈਂਡੀਕੂਲਰ ਡਰਾਅ ਕਰ ਦਿਓ, ਕਿਤੋਂ ਵੀ ਪਰਪੈਂਡੀਕੂਲਰ ਡਰਾਅ ਕਰਤਾ, ਜਿਹਦੇ ਉੱਪਰ ਪਰਪੈਂਡੀਕੂਲਰ ਡਰਾਅ ਕੀਤਾ ਇਹਨੂੰ ਕਹਾਂਗੇ ਆਪਾਂ ਬੇਸ। ਇਹ ਹੈਗਾ ਆਪਣੇ ਕੋਲ ਪਰਪੈਂਡੀਕੂਲਰ ਇਨਟੂ ਬੇਸ, ਇਹ ਏਰੀਆ ਹੁੰਦਾ ਹੈ ਪਰਪੈਂਡੀਕੂਲਰ ਇਨਟੂ ਬੇਸ, ਹਾਫ ਨਹੀਂ ਹੁੰਦਾ ਇਹ ਚ, ਪਰਪੈਂਡੀਕੂਲਰ ਇਨਟੂ ਬੇਸ ਏਰੀਆ ਹੁੰਦਾ। ਜੇ ਆਪਾਂ ਪਰਪੈਂਡੀਕੂਲਰ ਇਹਦੇ ਉੱਪਰ ਡਰਾਅ ਕਰ ਰਹੇ ਹਾਂ ਤਾਂ ਪਰਪੈਂਡੀਕੂਲਰ ਇਹ ਬੇਸ ਹੋ ਜਾਏਗਾ, ਪਰਪੈਂਡੀਕੂਲਰ ਇਨਟੂ ਬੇਸ ਇਹ ਏਰੀਆ ਆਫ ਪੈਰਲਲੋਗ੍ਰਾਮ ਆ ਜਾਏਗਾ। ਤਾਂ therefore ਏਰੀਆ ਆਫ ਪੈਰਲਲੋਗ੍ਰਾਮ ਇਹ ਕਿਵੇਂ ਕੱਢਾਂਗੇ? ਦੇਖੋ ਆ ਬੇਸ ਆ AB, ਜੇ P ਪਰਪੈਂਡੀਕੂਲਰ ਲੈ ਰਹੇ ਆ, ਪਰਪੈਂਡੀਕੂਲਰ ਕਿਹਦੇ ਉੱਪਰ ਡਰਾ ਹੋ ਰਿਹਾ? AB ਉੱਪਰ ਹੋ ਰਿਹਾ, ਤਾਂ ਪਰਪੈਂਡੀਕੂਲਰ ਇਨਟੂ ਬੇਸ ਇਹ ਏਰੀਆ ਹੋਗਾ, ਇਜ਼ ਇਕੁਅਲਸ ਟੂ, ਇੱਕ ਤਾਂ ਏਰੀਆ ਜੇ ਆ ਲਵਾਂਗੇ ਪਰਪੈਂਡੀਕੂਲਰ ਬੇਸ, ਫਿਰ ਏਰੀਆ ਇਦਾਂ ਨਿਕਲੇਗਾ। ਜੇ ਪਰਪੈਂਡੀਕੂਲਰ ਆਪਾਂ Q ਲਵਾਂਗੇ ਫਿਰ ਬੇਸ ਕੀ ਬਣ ਜਾਏਗਾ? AD, Q ਇਨਟੂ AD। ਇਹ ਵੀ ਪਰਪੈਂਡੀਕੂਲਰ ਇਨਟੂ ਬੇਸ ਹੈ, ਵੀ ਪਰਪੈਂਡੀਕੂਲਰ ਇਨਟੂ ਬੇਸ ਆ। ਇਹ ਦੋਨੇ ਪਰਪੈਂਡੀਕੂਲਰ ਬੇਸ ਇੱਕੋ ਪੈਰਲਲੋਗ੍ਰਾਮ ਦੇ ਵਿੱਚ ਨੇ, ਤਾਂ ਦੋਨੇ ਇਕੁਅਲ ਹੋਣਗੇ, ਦੋਨੇ ਚੀਜ਼ਾਂ ਏਰੀਆ ਆਫ ਪੈਰਲਲੋਗ੍ਰਾਮ ਰਿਪਰੈਜ਼ੈਂਟ ਕਰਨਗੀਆਂ। ਤਾਂ ਇਹਨੂੰ 1 2 ਮੰਨ ਲਿਆ, ਦੇਖੀ ਜਾਓ ਕਿਵੇਂ ਹੋਊਗਾ। ਫਿਰ ਡਿਵਾਈਡ ਕੀਤਾ ਆਪਾਂ ਨੇ, ਡਿਵਾਈਡ 1 and 2 ਦੋਨੇ ਡਿਵਾਈਡ ਕਰ ਲਏ ਜੀ। P into P ਬਟਾ P into AB, Q into Q ਬਟਾ Q into AD, ਇਹ ਕੱਟ ਗਿਆ ਜੀ। This implies P upon AB equal to Q upon AD, P upon AB equal to Q upon AD, ਇਹ ਆ ਗਿਆ ਜੀ ਆਪਣੇ ਕੋਲ। ਹੁਣ ਧਿਆਨ ਦਿਓ, ਇਹਨੂੰ ਇਕੁਅਲ ਟੂ K ਮੰਨ ਲਿਆ, C ਸਟੈਪ ਦੇਖੀਏ ਧਿਆਨ ਨਾਲ ਜੀ, ਇਹ ਸਟੈਪ ਧਿਆਨ ਨਾਲ ਦੇਖ ਲਿਓ। ਅੱਗੇ ਥੋੜਾ ਜਿਹਾ ਪੈਰਲਲੋਗ੍ਰਾਮ ਲਾਅ ਆਫ ਵੈਕਟਰ ਵਾਲਾ ਕੰਸੈਪਟ ਯੂਜ਼ ਹੋਊਗਾ, ਇਹ ਪੈਰਲਲੋਗ੍ਰਾਮ ਲਾਅ ਆਫ ਵੈਕਟਰਸ। ਚਲੋ ਦੇਖੋ ਜੀ, therefore P ਕਿੰਨਾ ਆ ਗਿਆ? K into AB। ਹੁਣ ਇੱਥੇ ਜਿਨ੍ਹਾਂ ਨੇ ਸਟਾਰਟਿੰਗ 'ਚ ਲੈਕਚਰ ਲਾਏ ਹੋਏ ਨੇ ਜਾਂ ਜਿਨ੍ਹਾਂ ਨੂੰ ਵੈਕਟਰ ਬਾਰੇ ਪਤਾ ਹੈਗਾ, ਵੈਸੇ ਮੈਂ ਸਟਾਰਟਿੰਗ ਲੈਕਚਰ ਸਮਝਾਇਆ ਸੀਗਾ ਜੀ, ਉਹਨਾਂ ਨੂੰ ਅੱਗੇ ਕੰਸੈਪਟ ਸੌਖਾ ਸਮਝਾ ਦੂਗਾ ਕਿਵੇਂ ਆ। ਤਾਂ therefore ਆਪਾਂ ਲਿਖ ਸਕਦੇ ਹਾਂ, therefore P vector is equals to K into AB vector and Q vector is equals to K into AD vector। ਹੁਣ ਇੱਥੇ ਪ੍ਰੋਬਲਮ ਆਊਗੀ ਜੀ, ਜਿਹੜੇ ਬੱਚਿਆਂ ਨੇ ਪਹਿਲਾਂ ਲੈਕਚਰ ਨਹੀਂ ਲਾਏ ਹੋਣਗੇ, ਜਿਨ੍ਹਾਂ ਨੂੰ ਵੈਕਟਰ ਬਾਰੇ ਨਹੀਂ ਪਤਾ ਹੋਊਗਾ। ਸਟਾਰਟਿੰਗ 'ਚ ਗੱਲਾਂ ਸਮਝਾਈਆਂ ਸੀਗੀਆਂ, ਦੋ ਵੈਕਟਰ ਬਰਾਬਰ ਕਦੋਂ ਹੁੰਦੇ ਨੇ? ਜਦੋਂ ਦੋਨਾਂ ਮੈਗਨੀਟਿਊਡ ਬਰਾਬਰ ਹੋਵੇ। ਦੇਖੋ ਦੋਨਾਂ ਮੈਗਨੀਟਿਊਡ ਬਰਾਬਰ ਆ ਜੀ, ਇਹ ਦੋਨੇ ਵੈਕਟਰਸ ਦਾ ਮੈਗਨੀਟਿਊਡ ਬਰਾਬਰ ਆ। ਪਹਿਲੀ ਗੱਲ, ਡਾਇਰੈਕਸ਼ਨ ਸੇਮ ਆ, ਦੋਵੇਂ ਡਾਇਰੈਕਸ਼ਨ ਸੇਮ ਕਿਉਂ ਆ? P ਵੈਕਟਰ ਕਿੱਧਰ ਜਾ ਰਿਹਾ ਜੀ? A ਤੋਂ B ਵੱਲ,
ਤੇ A ਵੈਕਟਰ ਕਿਹਦੇ ਵੱਲ ਜਾ ਰਿਹਾ, AB ਵੈਕਟਰ A ਤੋਂ B ਵੱਲ ਜਾ ਰਿਹਾ, K ਪੋਜ਼ਿਟਿਵ ਹੈ ਜੀ, K ਪੋਜ਼ਿਟਿਵ। ਤਾਂ ਇਹ ਦੋਨੇ ਵੈਕਟਰ ਬਰਾਬਰ ਨੇ, ਡਾਇਰੈਕਸ਼ਨ ਵੀ ਸੇਮ ਆ, ਮੈਗਨੀਟਿਊਡ ਵੀ ਸੇਮ ਆ, ਵੈਕਟਰ ਬਰਾਬਰ ਹੋਣਗੇ ਆਪਸ। ਹੁਣ ਕਰਨਾ ਕੀ ਆ, ਇਹਨਾਂ ਦੋਨਾਂ ਵੈਕਟਰ ਦਾ ਆਪਾਂ ਰਿਜ਼ਲਟੈਂਟ ਕੱਢਣਾ। ਲੈਟ ਕਰ ਲਿਆ, ਲੈਟ R1 be their resultant, R1 ਰਿਜ਼ਲਟੈਂਟ ਮੰਨ ਲਿਆ ਵੈਕਟਰ। ਵੈਕਟਰ 'ਚ ਰਿਜ਼ਲਟੈਂਟ ਕਿਵੇਂ ਕੱਢਣਾ ਹੁੰਦਾ, ਇਹ ਪਹਿਲਾਂ ਗੱਲ ਆ ਚੁੱਕੀ ਹੈ। ਵੈਕਟਰ ਦੇ ਵਿੱਚ ਰਿਜ਼ਲਟੈਂਟ ਸਿੰਪਲ ਫੋਰਸਿਸ ਨੂੰ ਐਡ ਕਰਨਾ ਹੁੰਦਾ, ਵੈਕਟਰ ਫਾਰਮ ਦੇ ਵਿੱਚ ਰਿਜ਼ਲਟੈਂਟ ਕਹਿੰਦੇ ਹੈਗੇ ਐਡ ਕਰਨਾ। ਇਹ ਸਾਰੀ ਗੱਲਾਂ ਪਹਿਲਾਂ ਆ ਚੁੱਕੀਆਂ ਨੇ। ਤਾਂ ਰਿਜ਼ਲਟੈਂਟ ਕਿੰਨਾ ਆ ਗਿਆ, K AB ਵੈਕਟਰ, K AD ਵੈਕਟਰ, K ਬਾਹਰ ਕੱਢ ਲਿਆ। ਹੁਣ AB ਵੈਕਟਰ ਪਲੱਸ AD ਵੈਕਟਰ, ਇਹ ਕੀ ਬਣੂਗਾ ਜੀ, ਬਾਏ ਪੈਰਲਲੋਗ੍ਰਾਮ ਲਾਅ ਆਫ ਵੈਕਟਰ। ਪੈਰਲਲੋਗ੍ਰਾਮ ਲਾਅ ਆਫ ਵੈਕਟਰ ਕੀ ਹੁੰਦਾ, ਮੈਂ ਡਾਇਗਰਾਮ ਇਦਾਂ ਬਣਾ ਰਿਹਾ, ਇੱਧਰ AB ਵੈਕਟਰ, ਇੱਧਰ AC ਵੈਕਟਰ। AB ਵੈਕਟਰ ਪਲੱਸ AC ਵੈਕਟਰ ਇਜ਼ ਇਕੁਅਲਸ ਟੂ, ਸੌਰੀ ਇੱਧਰ C ਮੰਨ ਲਓ, ਇੱਧਰ D ਮੰਨ ਲਓ। ਤਾਂ ਬਾਏ ਪੈਰਲਲੋਗ੍ਰਾਮ ਲਾਅ ਆਫ ਵੈਕਟਰ ਹੁੰਦਾ ਕਿ ਇਹ ਦੋ ਵੈਕਟਰ ਦਾ ਰਿਜ਼ਲਟੈਂਟ ਆ ਹੁੰਦਾ। ਇਹ ਪਹਿਲਾਂ ਪੜਿਆ ਹੈ, AB ਵੈਕਟਰ ਪਲੱਸ AD ਵੈਕਟਰ ਇਜ਼ ਇਕੁਅਲ ਟੂ AC ਵੈਕਟਰ। ਤਾਂ ਇਹ ਕੀ ਬਣ ਗਿਆ, K ਟਾਈਮਸ AC ਵੈਕਟਰ। ਸੋ ਦੇਖੋ ਧਿਆਨ ਨਾਲ, ਕੀ ਕੀਤਾ ਆਪਾਂ ਨੇ, ਆਹ ਦੋ ਫੋਰਸਿਸ ਦਾ ਰਿਜ਼ਲਟੈਂਟ ਕੱਢਿਆ। ਦੇਖੋ P ਤੇ Q ਦਾ ਰਿਜ਼ਲਟੈਂਟ ਕੱਢਿਆ, ਆਹ ਦੋ ਫੋਰਸ ਦਾ ਰਿਜ਼ਲਟੈਂਟ ਕੱਢਿਆ। ਆਪਣੇ ਕਰਨਾ ਕੀ ਆ, ਓਵਰਆਲ 4 ਫੋਰਸਾਂ ਨੇ, ਇਹ ਚਾਰੇ ਫੋਰਸਿਸ ਦਾ ਓਵਰਆਲ ਰਿਜ਼ਲਟੈਂਟ ਜੇ ਆਪਾਂ 0 ਕਰ ਦਈਏ ਤਾਂ ਕੀ ਰਿਜ਼ਲਟੈਂਟ 0 ਦਾ ਮਤਲਬ ਕੀ ਹੋਗਾ, ਬਾਡੀ ਨਹੀਂ ਮੂਵ ਕਰੇਗੀ। ਜੇ ਬਾਡੀ ਨਹੀਂ ਮੂਵ ਕਰੇਗੀ ਤਾਂ ਮਤਲਬ ਕੀ ਬਣ ਗਿਆ, ਇੱਕ ਕਪਲ ਸੀ ਇੱਕ ਸੈਂਸ ਵਿੱਚ, ਦੂਜਾ ਕਪਲ ਆਪੋਜ਼ਿਟ ਸੈਂਸ ਵਿੱਚ ਸੀਗਾ, ਦੋਨੇ ਲਾਤੇ ਆਪਾਂ ਨੇ, ਬਾਡੀ ਨਹੀਂ ਮੂਵ ਕਰ ਰਹੀ, ਮਤਲਬ ਕੀ ਬਣ ਗਿਆ ਕਿ ਦੂਜਾ ਕਪਲ ਪਹਿਲੇ ਕਪਲ ਨੂੰ ਬੈਲੈਂਸ ਕਰ ਰਿਹਾ, ਤਾਂ ਹੀ ਬਾਡੀ ਨਹੀਂ ਘੁੰਮ ਰਹੀ ਹੈਗੀ। ਜੇ ਦੋ ਵਾਲੇ, ਇੱਕ ਬੰਦਾ ਇੱਧਰ ਘੁਮਾ ਰਿਹਾ ਹੈਗਾ, ਇੱਕ ਬੰਦਾ ਇਦਾਂ ਘੁਮਾ ਰਿਹਾ, ਉੱਪਰ ਨੂੰ ਜ਼ੋਰ ਲਾ ਰਿਹਾ, ਇੱਕ ਬੰਦਾ ਇਦਾਂ ਜ਼ੋਰ ਲਾ ਰਿਹਾ, ਇੱਕ ਇਦਾਂ ਜ਼ੋਰ ਲਾ ਰਿਹਾ, ਬਾਡੀ ਨਹੀਂ ਘੁੰਮ ਰਹੀ, ਦੋਨੇ ਬੈਲੈਂਸ ਕਰ ਰਹੇ ਨੇ। ਜੇ ਰਿਜ਼ਲਟੈਂਟ 0 ਬੈਲੈਂਸ ਕਰ ਰਹੇ ਨੇ। ਜੇ ਇਹ ਵਾਲਾ ਵੱਡਾ ਹੋਊਗਾ, ਮੰਨ ਲਓ ਇੱਧਰ ਜ਼ੋਰ ਜ਼ਿਆਦਾ ਹੈਗਾ, ਇੱਧਰ ਜ਼ੋਰ ਘੱਟ ਆ, ਤਾਂ ਬਾਡੀ ਅੱਗੇ ਨਹੀਂ ਘੁੰਮ ਜਾਏਗੀ। ਕਾਮਨ ਸੈਂਸ ਦੀ ਗੱਲ ਆ ਆਪਣੀ। ਤਾਂ ਬੈਲੈਂਸ ਮਤਲਬ ਆਪਾਂ ਰਿਜ਼ਲਟੈਂਟ 0 ਕਰਨਾ, ਚਾਰੇ ਫੋਰਸਿਸ ਦਾ ਰਿਜ਼ਲਟੈਂਟ ਆਪਾਂ 0 ਲੈ ਕੇ ਆਉਣਾ। ਹੁਣ ਆਹ ਦੋ ਫੋਰਸਿਸ ਦਾ ਰਿਜ਼ਲਟੈਂਟ ਆਪਾਂ ਸ਼ੋ ਕਰਤਾ ਕਿ K ਟਾਈਮਸ AC ਹੋਊਗਾ। ਇਹ ਆਇਆ ਹੈਗਾ ਪੈਰਲਲੋਗ੍ਰਾਮ ਲਾਅ ਆਫ ਵੈਕਟਰਸ, ਇਹ ਗੱਲ ਸ਼ੋ ਹੋ ਗਈ ਆਪਣੀ। ਹੁਣ ਆਪਾਂ ਕਰਨਾ ਕੀ ਹੈ, ਸਿਮਿਲਰਲੀ ਕਹਿਣਾ, ਹੁਣ ਡਾਇਗਰਾਮ ਬਣਾਉਣੀ ਹੈ ਆਪਾਂ ਨੇ। ਡਾਇਗਰਾਮ ਸੇਮ ਹੀ ਹੈ ਜੀ, ਆ PP ਆ, ਇੱਧਰ Q ਆ, ਇੱਧਰ Q ਆ, A B C D। ਇੱਕ ਤੁਸੀਂ ਡਰਾ ਕਰੋ ਇੱਥੋਂ ਪਰਪੈਂਡੀਕੂਲਰ ਕਿ ਆਹ ਫੋਰਸ ਯੂਜ਼ ਹੋਵੇ। ਇੱਕ ਪਰਪੈਂਡੀਕੂਲਰ ਉੱਪਰ ਡਰਾ ਕੀਤਾ ਆਪਾਂ ਨੇ, ਇੱਕ ਪਰਪੈਂਡੀਕੂਲਰ ਇੱਥੋਂ ਡਰਾ ਕਰਨਾ। ਬਿਲਕੁਲ ਸੇਮ ਆ, ਇਸ ਗੱਲ ਤੇ ਕਨਫਿਊਜ਼ ਨਹੀਂ ਹੋਣਾ ਹੈਗਾ ਜੀ, ਜੇ ਤੁਹਾਨੂੰ ਧਿਆਨ ਦੇ ਵਿੱਚ ਹੋਵੇ। ਏਰੀਆ ਆਫ ਟ੍ਰਾਇੰਗਲ, ਇਹਦਾ ਏਰੀਆ ਕੀ ਹੋਊਗਾ, ਹਾਫ ਬੇਸ ਇਹ ਆ ਇਨਟੂ ਹਾਈਟ ਹੁੰਦਾ ਪਰਪੈਂਡੀਕੂਲਰ। ਪਰਪੈਂਡੀਕੂਲਰ ਕਿਵੇਂ ਡਰਾ ਕਰਾਂਗੇ ਆਪਾਂ, ਜੇ ਪਰਪੈਂਡੀਕੂਲਰ ਅੰਦਰ ਨਹੀਂ ਵੱਜ ਰਿਹਾ, ਇਹ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ, ਪਰਪੈਂਡੀਕੂਲਰ ਬਾਹਰ ਵੀ ਡਰਾ ਕਰ ਸਕਦੇ ਹਾਂ। ਏਰੀਆ ਸੇਮ ਹੋਊਗਾ, ਬੇਸ ਕੀ ਹੋਊਗਾ, ਇੱਥੋਂ ਇੱਥੇ ਤੱਕ, ਹਾਫ ਬੇਸ ਇਨਟੂ ਹਾਈਟ। ਇਹ ਹਾਈਟ ਪਰਪੈਂਡੀਕੂਲਰ ਅੰਦਰ ਵੀ ਆ ਸਕਦਾ, ਬਾਹਰ ਵੀ ਆ ਸਕਦਾ, ਮੈਟਰ ਨਹੀਂ ਕਰਦਾ ਹੈਗਾ। ਉਹਦੇ ਵੀ ਏਰੀਆ ਆਫ ਪੈਰਲਲੋਗ੍ਰਾਮ ਕੀ ਹੋਊਗਾ, ਜੇ ਇਹਨੂੰ P ਮੰਨ ਲਈਏ, ਇੱਥੇ ਡਰਾ ਨਹੀਂ ਕਰਨਾ ਚਾਹੀਏ, ਪਹਿਲਾਂ AB ਤੋਂ ਕੀਤਾ ਹੈਗਾ, ਹੁਣ A ਤੋਂ, ਦੂਜਾ C ਤੋਂ ਡਰਾ ਕਰਾਂਗੇ।
एक P उपर ड्रॉ करना अपने, एक Q उपर ड्रॉ करना। ये Q मान लांगे, ये P मान लांगे। चलो हुण एरिया ऑफ पैरेललोग्राम किवें होगा, ये परपेंडिकुलर किहदे उपर ड्रॉ हो रहा जी, CD उपर, बेस इनटू हाइट। यह परपेंडिकुलर क्यों परपेंडिकुलर पर ड्रॉ किया AD उपर, AD बेस लैनी है, बाहर नहीं जाना, बेस सिर्फ आही होगा। तो सिमिलरली कह सकते इस तो बाद सीधा सिमिलरली ਇਹਦਾ ਰਿਜ਼ਲਟੈਂਟ ਕੀ ਹੋਊਗਾ R2 ਦਾ, ਜੋ R2 ਦਾ ਰਿਜ਼ਲਟੈਂਟ ਹੋਊਗਾ, ਜਿਵੇਂ ਆ ਦੋ ਫੋਰਸਾਂ ਰਿਜ਼ਲਟੈਂਟ ਇਧਰਲੇ ਪਾਸੇ ਆਇਆ ਤਾਂ ਇਹਨਾਂ ਦੋਨਾਂ ਰਿਜ਼ਲਟੈਂਟ ਇਧਰਲੇ ਪਾਸੇ ਹੋਊਗਾ, ਇਸ ਡਾਇਰੈਕਸ਼ਨ ਚ ਹੋਊਗਾ। ਤਾਂ R2 ਕੀ ਆਊਗਾ ਆਪਣੇ ਕੋਲ K CA ਵੈਕਟਰ, ਸੇਮ ਇਦਾਂ ਪ੍ਰੂਵ ਹੋ ਜਾਊਗਾ ਸਾਰਾ। ਸਿਮਿਲਰਲੀ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਇਦਾਂ ਪ੍ਰੂਵ ਹੋ ਜਾਣਾ ਜੀ। ਇਹ ਇਧਰਲੇ ਪਾਸੇ ਆਏਗਾ, ਮਤਲਬ ਕਿ C ਤੋਂ A ਵਾਲੇ ਪਾਸੇ ਜਾਏਗਾ। ਪੈਰਲਲੋਗ੍ਰਾਮ ਲਾਅ ਆਫ ਵੈਕਟਰ ਦੇ ਵਿੱਚ जिधरों वैक्टर जे बाहर ਨੂੰ जा रहे हैं तो रिजल्टेंट भी बाहर ਨੂੰ होगा, जे इधर बाहर ਨੂੰ जा रहे हैं तो रिजल्टेंट बाहर ਨੂੰ होगा, बाहर ਨੂੰ। जे ये दोने अंदर ਨੂੰ आ रहे हैं तो रिजल्टेंट इधरले पासे अंदर ਨੂੰ होगा। फोर्सेस उपर डिपेंड करता होता है जी। सो आह रिजल्टेंट कीदा जी, आह दो फोर्सेस दा P ते Q दा। आह रिजल्टेंट कीदा, ये दो फोर्सेस दा। ओवरऑल रिजल्टेंट की बनूगा, therefore total resultant of all forces ये की होगा R1 वैक्टर प्लस R2 वैक्टर। ये टोटल रिजल्टेंट आ। टोटल रिजल्टेंट क्यों आ, R1 च दो फोर्स आ रही ने, R2 च भी दो फोर्स आ रही, ओवरऑल चार फोर्सा करनियां ने, तो ओवरऑल जो सम होगा ये ओवरऑल रिजल्टेंट होगा। देखो कैंसल नहीं करनगे आपस, कैंसल क्यों, ये K इंटू AC वैक्टर आ, ये K इंटू CA वैक्टर। जे ध्यान च होवे AC वैक्टर नूं आपां CA वैक्टर नूं लिख सकते हैं नैगेटिव ऑफ AC वैक्टर, तो ये जीरो वैक्टर आ गया। तो रिजल्टेंट जीरो आ गया। इसका मतलब की बन गया कि फोर्स दोने कपल आपस च बैलेंस करनगे, दोने कपल आपस च बैलेंस करनगे। ये पहला पार्ट सीगा जी, ये देख लियो जी। थोड़ा बुक नाल अलग तरीके नाल करवाया, बुक च थोड़ा शॉर्टकट मारा जी उन्होंने, ते थोड़ा समझाने वास्ते मैं वैक्टर यूज किए सीगे। ये पहला केस सीगा अपने कोल, ये थोड़ा लंबा सीगा जी, दूजा केस सौखा हैगा। पहले केस च की सीगियां कि लाइन ऑफ एक्शन पैरेलल ना होण, इंटरसैक्ट करन, मतलब हुण दूजा ले रहे हैं आपां केस सेकंड, लाइन्स ऑफ actions of forces forming couple are parallel। ये पैरेलल होण जी, मतलब P फोर्स कपल बना रही है, क्यू वाली भी पैरेलल होवे जी, वो मैं इदा ले रहा। हुण ये डायग्राम समझ के बनानी है, सेंस ऑपोजिट चाहिए अपन। इधर पहली नीचे बनाई है, दूजी उपर बनाई है, पहली उपर दूजी नीचे, ऑपोजिट सेंस करनी है। एक मारी है एंटी क्लॉकवाइज, एक मारी क्लॉकवाइज, सेंस आपां ने ऑपोजिट रखनी है। ए बी सी डी, ए पॉइंट ले ले, ए बी सी डी, ते ए पॉइंट जिहड़ा हैगा अपने को इत्थे सेंटर पॉइंट किते एम ले लिया, तो देखा जब बाद च लवांगे आपां। ए बी सी डी ले लिया आपां पॉइंट्स। आपने दिता है कि मूवमेंट्स ऑफ कपल्स आर सेम, जिते हुए आपां, मतलब P इंटू ए बी पहला मूवमेंट आ, दूजा Q इंटू सी डी, ये बराबर ने, P इंटू ए बी Q इंटू सी डी दिते हुए इक्वल ने। चलो हुण ध्यान दो की करके रहे हैं आपां सपोज करते हैं कि जो P ते Q दा रिजल्टेंट आ, समझियो ध्यान नाल, हुण पुराने कंसैप्ट आउणगे इहदे विच।
ਪਹਿਲਾਂ P ਤੇ Q ਦਾ ਰਿਜ਼ਲਟੈਂਟ ਕੱਢਾਂਗੇ ਨੀਚੇ ਵਾਲਿਆਂ ਦਾ, ਫਿਰ ਉੱਪਰ ਵਾਲਾ ਰਿਜ਼ਲਟੈਂਟ ਕੱਢਾਂਗੇ। ਦੇਖੋ ਇਹ ਸਪੋਜ਼ ਕਰ ਲਿਆ, ਲੈਟ ਕਰ ਲਓ, ਲੈਟ ਰਿਜ਼ਲਟੈਂਟ ਆਫ P at A and Q at D, ਜੋ P A ਤੇ ਆ ਤੇ Q D ਤੇ ਆ, B acts at M। ਹੁਣ ਪੈਰਲਲ ਫੋਰਸ ਹੀ ਕੀਤਾ ਹੋਇਆ, ਜੇ ਦੋ ਲਾਈਕ ਪੈਰਲਲ ਫੋਰਸ ਨੇ ਉਹਦਾ ਰਿਜ਼ਲਟੈਂਟ ਵਿੱਚ ਕਿਤੇ ਹੋਊਗਾ, ਵਿੱਚ ਕਿਤੇ ਆਪਾਂ ਕੀ ਮੰਨ ਲਿਆ ਕਿ ਉਹਨਾਂ ਦਾ ਰਿਜ਼ਲਟੈਂਟ ਕੀ ਹੋਊਗਾ, ਪੱਕਾ P plus Q ਹੋਊਗਾ, ਉਹ M ਤੇ ਲੈ ਲਿਆ। that is P plus Q acts at M, P plus Q ਕਿਤੇ ਆ ਗਿਆ, M ਤੇ ਆ ਗਿਆ। ਇਹ 'ਚ ਕੰਸੈਪਟ ਕੀ ਕਰਨਾ ਆਪਾਂ ਨੇ, ਇਹ ਪੈਰਲਲ ਫੋਰਸ ਦਾ ਕੰਸੈਪਟ, ਰਿਜ਼ਲਟ ਇਹਨਾਂ ਦੋਨਾਂ ਰਿਜ਼ਲਟੈਂਟ ਕਿਤਨਾ ਦੇ ਵਿੱਚ ਆਊਗਾ, ਉਹ ਕਿੱਥੇ ਮੰਨ ਲਿਆ ਆਪਾਂ M ਪੁਆਇੰਟ ਤੇ ਮੰਨ ਲਿਆ, ਇਹਦਾ ਰਿਜ਼ਲਟੈਂਟ ਆਪਾਂ M ਪੁਆਇੰਟ ਤੇ ਲਿਆਂਦਾ। ਹੁਣ ਇਹ ਪ੍ਰੂਵ ਕਰਾਂਗੇ ਆਪਾਂ ਕਿ ਜੋ ਇਹਨਾਂ ਦਾ ਰਿਜ਼ਲਟੈਂਟ ਹੈ ਉਹ ਵੀ M ਪੁਆਇੰਟ ਤੇ ਆ, ਤੇ ਇਹਨਾਂ ਦਾ ਰਿਜ਼ਲਟੈਂਟ ਕਿੱਧਰਲੇ ਪਾਸੇ ਹੋਊਗਾ, ਉੱਪਰ ਹੋਊਗਾ, ਫੋਰਸ ਹੀ ਉੱਪਰ ਨੇ ਤਾਂ ਰਿਜ਼ਲਟੈਂਟ ਹੀ ਉੱਪਰ ਹੋਊਗਾ। ਇਹ ਸਾਰਾ ਪੈਰਲਲ ਫੋਰਸ ਦਾ ਕੰਸੈਪਟ ਆ। ਤੇ ਰਿਜ਼ਲਟੈਂਟ ਕੀ ਹੋਊਗਾ ਇਹਨਾਂ ਦੋਨਾਂ ਦਾ, PQ ਦਾ ਸਮ ਹੁੰਦਾ ਰਿਜ਼ਲਟੈਂਟ, ਉਰੇ ਵੀ ਰਿਜ਼ਲਟੈਂਟ P plus Q ਹੋਊਗਾ, ਉਰੇ ਫੋਰਸ ਹੀ PQ ਨੇ, ਇੱਥੇ ਵੀ ਰਿਜ਼ਲਟੈਂਟ P plus Q ਹੋਊਗਾ। ਜੇ ਆਪਾਂ ਇਹ ਸ਼ੋਅ ਕਰ ਦਈਏ ਕਿ ਇਹਨਾਂ ਦਾ ਰਿਜ਼ਲਟੈਂਟ ਵੀ M ਪੁਆਇੰਟ ਤੇ ਐਕਟ ਕਰ ਰਿਹਾ, ਮਤਲਬ ਇਹਨਾਂ ਦੋਨਾਂ ਫੋਰਸਿਸ ਵੀ, ਦੋਨਾਂ ਦਾ ਰਿਜ਼ਲਟੈਂਟ ਵੀ M ਪੁਆਇੰਟ ਤੇ ਐਕਟ ਕਰ ਰਿਹਾ ਤੇ ਇਹਨਾਂ ਦੋਨਾਂ ਦਾ ਵੀ M ਤੇ ਐਕਟ ਕਰ ਰਿਹਾ, ਮਤਲਬ ਕੀ ਬਣ ਗਿਆ, ਆਹ ਦੋ ਫੋਰਸ ਇੱਕ ਸਿੰਗਲ ਫੋਰਸ ਚ ਕਨਵਰਟ ਕਰ ਲਈ, ਆਹ ਦੋ ਫੋਰਸ ਆ ਸਿੰਗਲ ਫੋਰਸ ਚ ਕਨਵਰਟ ਕਰ ਲਈ, ਮਤਲਬ ਚਾਰੇ ਫੋਰਸਾਂ ਦੋ ਫੋਰਸਾਂ ਕਨਵਰਟ ਹੋ ਗਈਆਂ। ਇੱਕ ਆਹ ਬਣ ਗਈ, ਇੱਕ ਉੱਪਰ ਵਾਲੀ ਆ ਗਈ। ਇਹਦਾ ਮਤਲਬ ਕੀ ਬਣ ਗਿਆ, ਇੱਕ ਪੁਆਇੰਟ ਤੇ ਇਕੁਅਲ ਤੇ ਦੋਨੇ ਫੋਰਸ ਇਕੁਅਲ ਨੇ, ਇਕੁਅਲ ਤੇ ਆਪੋਜ਼ਿਟ ਫੋਰਸਾਂ ਲੱਗ ਰਹੀਆਂ ਹੋਣ ਤਾਂ ਬਾਡੀ ਨਹੀਂ ਮੂਵ ਕਰੇਗੀ। ਜੇ ਬਾਡੀ ਨਹੀਂ ਮੂਵ ਕਰੇਗੀ ਤਾਂ ਇਸ ਕੇਸ 'ਚ ਵੀ ਪੱਕਾ ਰਿਜ਼ਲਟੈਂਟ 0 ਸ਼ੋ ਹੋ ਜਾਏਗਾ। ਮਤਲਬ ਇਹ ਆਪਾਂ ਸਪੋਜ਼ ਕੀਤਾ ਕਿ P ਤੇ Q ਦਾ ਰਿਜ਼ਲਟੈਂਟ M ਤੇ ਐਕਟ ਕਰ ਰਿਹਾ, ਇਹ ਸਪੋਜ਼ ਕੀਤਾ, ਤੇ ਇਹ ਆਪਾਂ ਪ੍ਰੂਵ ਕਰਾਂਗੇ ਕਿ ਉੱਪਰਲੇ PQ ਦਾ ਰਿਜ਼ਲਟੈਂਟ ਉਹ M ਤੇ ਐਕਟ ਪੱਕਾ ਕਰੇਗਾ। ਇਹ ਸ਼ੋਅ ਕਰਨਾ। ਹੁਣ ਇਹ ਸ਼ੋਅ ਕਿਵੇਂ ਕਰਨਾ, ਪੈਰਲਲ ਫੋਰਸ ਦਾ ਕੰਸੈਪਟ ਲਾਵਾਂਗੇ ਆਪਾਂ। ਹੁਣ ਗੱਲ ਉਹੀ ਆ, ਪਹਿਲਾਂ ਵੀ ਐਵੇਂ ਗੱਲ ਕੀਤੀ ਹੈ, ਜਿਹੜੇ ਬੱਚੇ ਨਾਲ ਨਹੀਂ ਪੜ੍ਹ ਰਹੇ ਹੈਗੇ ਆ ਉਹਨਾਂ ਨੂੰ ਇਹ ਕੰਸੈਪਟ ਹੌਲੀ ਔਖਾ ਲੱਗਣਾ ਸ਼ੁਰੂ ਹੋ ਜਾਊਗਾ। ਫਿਰ ਜਿੰਨੇ ਚੈਪਟਰ ਕਰਾਂਗੇ ਸਾਰਿਆਂ ਦੇ ਕੰਸੈਪਟ ਪਿੱਛੇ ਨਾਲ ਲਿੰਕ ਹੋਣਗੇ। ਜਿਹੜੇ ਦਾ ਪੜ੍ਹਨਗੇ ਉਹਨਾਂ ਨੂੰ ਇੰਟਰਸਟ ਵੀ ਬਣੂਗਾ, ਉਹਨੂੰ ਸਮਝ ਵੀ ਆਊਗੀ ਕੰਸੈਪਟ ਕਿਵੇਂ ਆ, ਕਿਉਂਕਿ ਪਹਿਲਾਂ ਵਾਲੇ ਕੰਸੈਪਟ ਯਾਦ ਹੋਣਗੇ, ਪੜ੍ਹੇ ਹੋਣਗੇ। ਜਿਨ੍ਹਾਂ ਨੇ ਨਹੀਂ ਪੜ੍ਹੇ ਹੋਏ ਉਹਨਾਂ ਨੂੰ ਇੱਥੇ ਕੰਸੈਪਟ ਔਖਾ ਲੱਗੂ ਕਿ ਇਹ ਕੀ ਕਰੀ ਜਾ ਰਹੇ ਆਪਾਂ। ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਟੌਪਿਕ ਨੂੰ ਸੌਖਾ ਬਣਾਉਣਾ ਕਿ ਔਖਾ ਬਣਾਉਣਾ। ਸੌਖਾ ਤਾਂ ਬਣੇਗਾ ਜੇ ਕੰਮ ਨਾਲ ਨਾ ਕਰੋਗੇ, ਔਖਾ ਤਾਂ ਬਣੇਗਾ ਜੇ ਕੰਮ ਨਾਲ ਨਹੀਂ ਕਰੋਗੇ। ਇਹ ਆ ਗਿਆ ਸਾਰਾ। ਹੁਣ ਪਹਿਲਾ ਫੋਰਸ ਫਾਰਮੂਲਾ ਕੀਤਾ ਸੀ ਆਪਾਂ, ਇੱਕ ਦਾ ਫਾਰਮੂਲਾ ਸੀ ਰਿਜ਼ਲਟੈਂਟ ਜੋ ਹੁੰਦਾ ਫੋਰਸ ਦੇ ਸਮ ਦੇ ਬਰਾਬਰ ਹੁੰਦਾ ਪਹਿਲਾ। ਦੂਜਾ ਫਾਰਮੂਲਾ ਸੀ P into AM equals to Q into MC, sorry MT, P into this force, Q into this force। ਇਹ ਰਿਜ਼ਲਟੈਂਟ ਪੈਰਲਲ ਫੋਰਸ ਵਿੱਚ ਆਹੀ ਦੋ ਫਾਰਮੂਲੇ ਆਪਾਂ ਯੂਜ਼ ਕਰੇ ਸੀ। ਦੋਨੋਂ ਸਬਟਰੈਕਟ ਕਰ ਲਓ, ਸਬਟਰੈਕਟ ਸੈਕਿੰਡ ਫਰੋਮ 1, ਇਹ ਸਬਟਰੈਕਟ ਕੀਤਾ ਜੀ, ਇਹਨੂੰ ਸਬਟਰੈਕਟ ਕੀਤਾ, ਇੱਥੇ ਪਾ ਰਹੇ ਹਾਂ, P ਕਾਮਨ ਕੱਢ ਲਿਆ, AB minus AM, ਇਹਨਾਂ ਚੋਂ Q ਕੱਢ ਲਿਆ ਬਾਹਰ ਜੀ ਆਪਾਂ ਨੇ, CD minus MD, CD minus MD। ਹਾਂ, AB minus AM ਕੀ ਆਊਗਾ, AB minus AM, AB ਚੋਂ AM ਘਟਾਇਆ minus MB, ਦੇਖ ਲਓਗੇ ਤਾਂ AM ਚ AB ਘਟਾ ਲਓ, AM ਦੇ ਵਿੱਚੋਂ AB ਘਟਾਇਆ MB ਆ ਜਾਏਗਾ, ਉਹ ਮਾਈਨਸ MB ਆ ਗਿਆ, ਤੇ Q ਲਿਆ ਆਪਾਂ ਨੇ CD ਮਾਈਨਸ MD, ਇਹ ਕਿੰਨਾ ਹੋਊਗਾ ਮਾਈਨਸ ਆਫ CM, ਇਹ ਕੱਟ ਗਿਆ ਜੀ, ਤਾਂ ਕੀ ਆ ਗਿਆ P into MB Q into CM। ਇਹਦਾ ਕੀ ਮਤਲਬ ਬਣਿਆ, ਗੌਰ ਨਾਲ ਦੇਖੋ ਜੀ, P into MB Q into CM, ਇਹਦਾ ਮਤਲਬ ਇਹ ਬਣ ਗਿਆ ਜਿਹੜੀਆਂ ਉੱਪਰਲੀਆਂ ਫੋਰਸਾਂ ਨੇ
ਉਹਨਾਂ ਦਾ ਰਿਜ਼ਲਟੈਂਟ m ਤੇ ਐਕਟ ਕਰ ਰਿਹਾ। ਕਿਉਂ? ਤਾਂ ਹੀ ਕਰਕੇ p mb q cm ਇਹ ਬਰਾਬਰ ਆਇਆ। ਦੈਟ ਇਜ਼, ਇਹ ਮਤਲਬ ਕੀ ਬਣ ਗਿਆ, ਰਿਜ਼ਲਟੈਂਟ of P and Q, ਰਿਜ਼ਲਟੈਂਟ ਆਫ, ਹੁਣ ਦੱਸਣਾ ਹੈ, ਹੁਣ ਮੈਂ ਸਿੱਧਾ ਪਾ ਦਾਂ ਕਿ ਰਿਜ਼ਲਟੈਂਟ ਆਫ P and Q, ਹੁਣ ਆਪਣੀ ਕਾਮਨ ਸੈਂਸ ਹੈ ਜੀ ਕਿ ਰਿਜ਼ਲਟੈਂਟ ਆਫ P and Q ਇਹ ਜਿਹੜਾ ਹੈਗਾ ਆਪਣੇ ਕੋਲ ਰਿਜ਼ਲਟੈਂਟ ਆਫ P and Q, ਇਹ P ਬਾਰੇ ਕਨਫਰਮ ਨਹੀਂ ਆਪਾਂ ਨੂੰ, ਜਿਹੜਾ P ਹੈਗਾ ਉਹ A P ਦੀ ਗੱਲ ਕਰ ਰਹੇ ਕਿ A P ਦੀ ਗੱਲ ਕਰ ਰਹੇ, ਇਹ ਪਤਾ ਨਹੀਂ ਹੈਗਾ। ਤਾਂ ਰਿਜ਼ਲਟੈਂਟ ਆਫ P at A and Q at B, ਰਿਜ਼ਲਟੈਂਟ ਆਫ P at A and Q at B, ਇਹ ਕਿਤੇ ਐਕਟ ਕਰੇਗਾ, ਐਕਟ ਐਟ M, ਇਹ ਵੀ M ਤੇ ਐਕਟ ਕਰੇਗਾ। ਹੁਣ ਕੀ ਸ਼ੋ ਕਰਤਾ ਆਪਾਂ ਨੇ, ਨਿਚਲੀ ਫੋਰਸਾਂ ਦਾ ਰਿਜ਼ਲਟੈਂਟ ਇਹ M ਤੇ ਐਕਟ ਕਰ ਰਿਹਾ, ਉਪਰਲੀਆਂ ਫੋਰਸਾਂ ਰਿਜ਼ਲਟੈਂਟ ਇਹ ਵੀ M ਤੇ ਐਕਟ ਕਰ ਰਿਹਾ ਹੈਗਾ। ਦੇਅਰਫੋਰ ਆਪਾਂ ਕਹਿ ਸਕਦੇ ਹਾਂ therefore overall two resultants each of equal magnitudes P plus Q, दो रिजल्टेंट ने, दोनों मैग्नीट्यूड इक्वल है, P plus Q एक्ट्स एट M, दोनों M ते एक्ट कर रहे हैं, एंड इक्वल एंड ऑपोजिट इन डायरेक्शन, इन्हें डायरेक्शन की हैगी है ऑपोजिट। ओवरऑल ये दो फोर्स रिजल्टेंट आह नीचे एक्ट कर रहे हैं, आ दो फोर्स रिजल्टेंट ऊपर एक्ट कर रहा, तो ओवरऑल चारे फोर्स दो फोर्स बना ली, एक फोर्स ऊपर है, एक फोर्स नीचे है। देयरफॉर द रिजल्टेंट ऑफ ऑल फोर्सेस, इथों कह सकते हैं ए फोर्स द रिजल्टेंट ए बैलेंस कर देगा, जीरो हो जाएगा, तो रिजल्टेंट ऑफ ऑल फोर्सेस इक्वल टू 0, तो ओवरऑल रिजल्टेंट जो होगा सारे फोर्सेस का ये 0 होगा। तो थ्योरम करवानी सी जी, तो वही गल है जी, पिछले कंसैप्ट पता होंगे सौखी समझ आ जाएगी। तो नैक्सट टाइम आप पर होर थ्योरमां करांगे, फिर न्यूमेरिकल शुरू करांगे जी। कोई प्रॉब्लम हुई तो तुसीं पुछ सकते हैगे हो जी, कमेंट कर सकते हो, जिहड़े WhatsApp ग्रुप बने हुए हैं तुसीं उह 'च अपनी प्रॉब्लम पुछ सकते हैगे। थैंक यू।